ਤੇ ਆ ਜਿਹੜੀ ਗਾਂ ਤੁਸੀਂ ਵੇਖ ਰਹੇ ਹੋ ਇਸ ਫਾਰਮ ਤੋਂ, ਇਹ ਪਿਛਲੇ ਦਿਨੀ ਨੇ ਸਟਾਰਟਿੰਗ ਦਾ ਅਸੀਂ 8-9 ਜਾਨਵਰਾਂ ਤੋਂ ਕੀਤੀ ਸੀਗੀ। ਹਾਂਜੀ ਹਾਂਜੀ ਤੇ ਟੋਟਲ ਸਟਰੈਂਥ ਹਰ ਬੰਦੇ ਦੀ ਆਪੋ ਆਪਣੀ ਖਿੱਚ ਹੁੰਦੀ ਹੈ ਕਿ ਇਸ ਤੇ ਵੀ ਆਇਆ ਕੋਈ ਇਦਾਂ ਦਾ ਗਾਹਕ ਵੀ ਯਾਰ ਤੂੰ ਮੰਗ ਪੈਸੇ ਕਿੰਨੇ ਲੈਣਾ ਵੀ ਮੈਨੂੰ ਟੈਸਟਿੰਗ ਦੇ ਵਿੱਚ ਜਿਹੜੇ ਕਈ ਵਾਰ ਹੁੰਦੇ ਨੇ ਆਪਾਂ ਨੂੰ ਜੱਜਮੈਂਟ ਹਰ ਬੰਦੇ ਨੂੰ ਹਰ ਲਾਈਨ ਹਾਲਾਂਕਿ ਕੁਝ ਵੀ ਕਰਦੇ ਹੋ ਤੁਸੀਂ ਤਾਂ ਔਂਕੜਾ ਤਾਂ ਆਉਣੀਆਂ ਨੇ। ਮਹੀਨੇ ਦੇ ਹਿਸਾਬ ਨਾਲ ਜਾਂ ਸਾਲ ਦੇ ਹਿਸਾਬ ਨਾਲ ਇਨਕਮ ਦੀ ਗੱਲ ਕਰੀਏ ਤਾਂ ਕਿੰਨੀ ਕੁ ਹੈ ਜਿਹੜੀ ਤੁਸੀਂ ਬਚਤ ਚੋਂ ਕਰ ਲੈਣੀ? ਸਤਿ ਸ੍ਰੀ ਅਕਾਲ ਦੋਸਤੋ, ਮੈਂ ਧਰਮਾ ਹਰਿਆਊ, ਤੁਸੀਂ ਵੇਖ ਰਹੇ ਹੋ ਰੰਗ ਪੰਜਾਬ ਦੇ YouTube ਚੈਨਲ। ਸੋ ਦੋਸਤੋ, ਹਰ ਵਾਰ ਦੀ ਤਰ੍ਹਾਂ ਅੱਜ ਅਸੀਂ ਪੁੱਜੇ ਹੋਏ ਹਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਸੰਗਤਪੁਰਾ ਦੇ ਸਰਦਾਰ ਦਰਸ਼ਨ ਸਿੰਘ ਦੇ, ਜੋ ਕਿ ਗਾਵਾਂ ਦਾ ਫਾਰਮ ਜਿਨ੍ਹਾਂ ਨੇ ਆਪਣੇ ਖੇਤ ਦੇ ਵਿੱਚ ਖੋਲ੍ਹਿਆ ਹੋਇਆ, ਬਣਾਇਆ ਹੋਇਆ। ਤੇ ਗੱਲ ਕਰੀਏ ਆਪਾਂ, ਤੇ ਆਹ ਜਿਹੜੀ ਗਾਂ ਤੁਸੀਂ ਵੇਖ ਰਹੇ ਹੋ ਇਸ ਫਾਰਮ ਤੋਂ, ਇਹ ਪਿਛਲੇ ਦਿਨੀ PDFA ਆਲ ਇੰਡੀਆ ਕਾਓ ਮਿਲਕਿੰਗ ਚੈਂਪੀਅਨਸ਼ਿਪ 2022 ਦੀ ਸੈਕਿੰਡ ਰਹੀ ਹੈ, ਜਿਹਨੇ ਕਿ ਬਹੁਤ ਵਧੀਆ ਰਿਜ਼ਲਟ ਦਿੱਤਾ। ਸਾਡੇ ਭਰਾ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਇਹਦੀ ਕੀ ਖਾਸੀਅਤ ਹੈ, ਕਿੰਨੇ ਸਮੇਂ ਤੋਂ ਇਹਨਾਂ ਨੇ ਰੱਖੀ ਹੋਈ ਹੈ, ਤੇ ਹੋਰ ਇਸ ਫਾਰਮ ਦੇ ਵਿੱਚ ਕਿੰਨੀਆਂ ਗਾਵਾਂ ਨੇ। ਆਪਣੇ ਨਾਲ ਹੋਣਗੇ ਬਾਈ ਦਰਸ਼ਨ ਸਿੰਘ ਜੀ। ਆਓ ਜੀ ਬਾਈ ਦਰਸ਼ਨ ਜੀ, ਇੱਥੇ ਜਾ ਜਾਓ। ਕੀ ਹਾਲ ਚਾਲ ਹੈ ਬਾਈ ਦੇ? ਬਹੁਤ ਵਧੀਆ ਵੀਰੇ। ਹੋਰ ਠੀਕ ਠਾਕ ਹੈ ਬਾਈ? ਬਹੁਤ ਵਧੀਆ। ਪਹਿਲਾਂ ਤਾਂ ਬਾਈ ਤੁਹਾਨੂੰ ਮੁਬਾਰਕਾਂ, ਤੁਹਾਡਾ ਜੋ ਇਹ ਤੁਸੀਂ ਸੈਕਿੰਡ ਪੋਜੀਸ਼ਨ ਜਿਹੜੀ ਉਹ ਹਾਸਲ ਕੀਤੀ ਹੈ ਜੀ। ਜੀ ਧੰਨਵਾਦ, ਸ਼ੁਕਰੀਆ। ਸਭ ਤੋਂ ਪਹਿਲਾਂ ਰੰਗ ਪੰਜਾਬ ਦੇ ਚੈਨਲ ਦੇਖਣ ਵਾਲੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਤੇ ਇਹ ਗਾਂ ਹੈ ਜਿਹੜੀ ਆਪਣੀ ਪਿਛਲੇ ਦਿਨੀ ਜਿਹੜੀ ਮਿਲਕਿੰਗ ਚੈਂਪੀਅਨਸ਼ਿਪ ਹੋਈ ਹੈਗੀ PDFA ਵੱਲੋਂ, ਜੋ ਕਿ ਆਯੋਜਿਤ ਕਰਵਾਈ ਜਾਂਦੀ ਹੈ ਹਰ ਸਾਲ। ਹਾਂਜੀ ਹਾਂਜੀ। ਤੇ ਉਸ ਦੇ ਵਿੱਚ ਇਸਨੇ 66 ਲੀਟਰ 220 ਗ੍ਰਾਮ ਦੁੱਧ ਕੱਢ ਕੇ ਦੂਸਰਾ ਸਥਾਨ ਹਾਸਲ ਕੀਤਾ ਹੈਗਾ। ਹਾਂਜੀ ਹਾਂਜੀ। ਤੇ ਕਿੰਨੇ ਚਿਰ ਤੋਂ ਰੱਖੀ ਹੋਈ ਹੈ ਤੁਸੀਂ ਇਹ ਜੀ? ਇਹ ਜੀ ਆਪਣੇ ਘਰ ਦੀ ਵੱਛੀ ਹੈਗੀ। ਹਾਲਾਂਕਿ ਆਪਣੇ ਇਨਕੇ ਇਸ ਟਾਈਮ ਮੈਂ ਕਹੂੰਗਾ ਵੀ 90% ਜਿਹੜੇ ਐਨੀਮਲ ਨੇ ਉਹ ਇਨਕੇ ਘਰ ਦੀਆਂ ਬੱਚੀਆਂ ਪਾਲ ਕੇ ਤਿਆਰ ਕੀਤੇ ਹੋਏ ਨੇ। ਸਟਾਰਟਿੰਗ ਦਾ ਅਸੀਂ 8-9 ਜਾਨਵਰਾਂ ਤੋਂ ਕੀਤੀ ਸੀਗੀ। ਹਾਂਜੀ ਹਾਂਜੀ। ਤੇ ਟੋਟਲ ਸਟਰੈਂਥ ਹੈਗੀ ਇਸ ਟਾਈਮ ਆਪਣੇ ਕੋਲ 75 to 80 ਜੀ। ਤੇ ਜ਼ਿਆਦਾਤਰ ਪਸ਼ੂ ਨੇ ਜਿਹੜੇ ਸਾਡੇ ਆਪਣੇ ਹੀ ਪਾਲੇ ਹੋਏ ਨੇ ਘਰੇ। ਤੇ ਆਪਾਂ ਪਹਿਲਾਂ ਇਸੇ ਦੀ ਗੱਲ ਕਰਾਂਗੇ, ਬਾਕੀ ਫਾਰਮ ਦੀ ਤੁਹਾਡੇ ਨਾਲ ਗੱਲਬਾਤ ਹੈ ਜਿਹੜੀ ਉਹ ਆਪਾਂ ਪੂਰੀ ਖੁੱਲ੍ਹਲੀ ਨਾਲ ਕਰਾਂਗੇ ਜੀ। ਤੇ ਇਹ ਕਿੰਨੇਵੇਂ ਸੂਏ ਹੈ ਜੀ? ਇਹ ਦੂਸਰੇ ਸੂਏ ਬੱਚੀ ਹੈਗੀ ਜੀ। ਹਾਂਜੀ। ਤੇ ਵਰਲਡ ਵਾਈਡ, ਹਾਲਾਂਕਿ ਮੈਂ ਸੀਮਨ ਵੀ ਸਪੈਸੀਫਾਈ ਕਰਨਾ ਚਾਹੂੰਗਾ, ਵਰਲਡ ਵਾਈਡ ਦੇ ਅਲਾਈਅੰਸ ਸੀਮਨ ਦੀ ਬੱਚੀ ਹੈਗੀ। ਇਹਦੀ ਮਦਰ ਹੈਗੀ ਜੀ ਸੀਮੈਕਸ ਦੀ ਸੀਗੀ ਜੀ। ਤੇ ਪਹਿਲੇ ਸੂਏ ਨੇ 60 ਲੀਟਰ ਦੁੱਧ ਕੱਢਿਆ ਹੈਗਾ। ਤੇ ਦੂਸਰੇ ਸੂਏ ਫਾਰਮ ਤੇ ਆਪਣੇ ਇਹ 77 ਲੀਟਰ ਜਿਹੜਾ ਮੈਕਸਿਮਮ ਦੁੱਧ ਇਹਨੇ ਕੱਢ ਰਹੀ ਸੀਗੀ ਚੈਂਪੀਅਨਸ਼ਿਪ ਤੋਂ ਪਹਿਲਾਂ। ਹਾਲਾਂਕਿ ਹੁਣ ਥੋੜਾ ਇਨਕੇ ਮੇਨਟੇਨ ਉਹਨਾਂ ਕੀਤਾ ਨਹੀਂ, ਚੈਂਪੀਅਨਸ਼ਿਪ ਤੋਂ ਬਾਅਦ ਥੋੜਾ ਇਨਕੇ ਡਿਸਟਰਬ ਹੋ ਜਾਂਦਾ ਜਾਨਵਰ। ਹਾਂਜੀ ਹਾਂਜੀ। 70+ ਚੱਲ ਰਹੀ ਹੈ ਇਨਕੇ ਹੁਣ ਵੀ। ਹੁਣ ਜੀ? ਹਾਂਜੀ। ਤੇ ਇਹਦਾ ਫਿਰ ਤੁਸੀਂ ਖੁਰਾਕ ਦਾ ਜਿਹੜਾ ਉਹ ਕਿਸ ਤਰ੍ਹਾਂ ਰੱਖਿਆ ਹੋਇਆ ਜੀ? ਕਿਸ ਤਰ੍ਹਾਂ ਇਹਦੀ ਸਾਂਭ ਸੰਭਾਲ ਕਰਦੇ ਹੋ? ਖੁਰਾਕ ਦਾ ਦੇਖੋ ਜੀ, ਇਹ ਇੱਕ ਐਵੇਂ ਨਹੀਂ ਹੈਗਾ ਕਿਸੇ ਵੀ ਜਾਨਵਰ ਨੂੰ ਵੀ ਆਪਾਂ ਨੇ ਅੱਜ ਉਹਨੇ ਦੁੱਧ ਦੇਣਾ ਸਟਾਰਟ ਕੀਤਾ ਤਾਂ ਅੱਜ ਹੀ ਉਹਦੀ ਖੁਰਾਕ ਸਟਾਰਟ ਕਰਨੀ ਹੈਗੀ। ਹਾਂਜੀ। ਇੱਕ ਛੋਟੇ ਬੱਚੇ ਤੋਂ ਲੈ ਕੇ ਹੀ ਯਾਨੀ ਕਿ ਜਿਵੇਂ ਆਪਾਂ ਆਪਦੇ ਯਾਨੀ ਕਿ ਹਿਊਮਨ ਬੀਇੰਗ 'ਚ ਦੇਖਦੇ ਹਾਂ ਵੀ ਜਿਵੇਂ ਛੋਟੇ ਬੱਚੇ ਤੋਂ ਹੀ ਯਾਨੀ ਉਹਦਾ ਪਾਲ ਪੋਸ਼ਣ ਹੈ ਜਿਹੜਾ ਉਹ ਸਹੀ ਤਰੀਕੇ ਨਾਲ ਦੇਖਿਆ ਜਾਂਦਾ। ਜੇ ਆਪਾਂ ਇਹਨਾਂ ਦੀ ਗੱਲ ਕਰੀਏ ਤਾਂ ਕਾਫ ਸਟਾਰਟਰ ਤੋਂ ਲੈ ਕੇ ਉਹਦੇ ਬਾਅਦ ਗਰੋਅਰ ਹੈ, ਫਿਰ ਪ੍ਰੋਟੀਨ ਪਲੱਸ ਪਾਉਣੇ ਇਨਕੇ ਹੀਫਰ ਡਰਾਈ ਹੈ, ਉਹ ਤੋਂ ਟ੍ਰਾਂਜੈਕਸ਼ਨ ਫੀਡ ਵੀ ਪੈਂਦੀ ਹੈਗੀ ਸੌਣ ਤੋਂ ਪਹਿਲਾਂ। ਤੇ ਕਾਫੀ ਜ਼ਿਆਦਾ ਖਿਆਲ ਰੱਖਣਾ ਪੈਂਦਾ ਹੈਗਾ, ਖਾਸ ਕਰਕੇ ਹਾਈ ਈਲਡਰ ਜਾਨਵਰਾਂ ਦਾ, ਜਿਹੜੇ ਕਿ ਜਿਨ੍ਹਾਂ ਤੋਂ ਤੁਸੀਂ 50+ ਦੁੱਧ ਲੈਣਾ ਹੈਗਾ ਜੀ। ਤੇ ਚੈਂਪੀਅਨਸ਼ਿਪ ਦੇ ਵਿੱਚ ਹੋਰ ਕਿੱਥੋਂ ਗਾਵਾਂ ਆਈਆਂ ਸੀ ਜਿਹੜੀਆਂ? ਇਸ ਚੈਂਪੀਅਨਸ਼ਿਪ ਦੇ ਵਿੱਚੋਂ ਜੀ ਵੈਸੇ ਆਲ ਇੰਡੀਆ ਚੈਂਪੀਅਨਸ਼ਿਪ ਹੁੰਦੀ ਹੈਗੀ। ਜ਼ਿਆਦਾ ਪਾਰਟਿਸਿਪੈਂਟਸ ਜਿਹੜੇ ਇਹਦੇ ਵਿੱਚ ਹੁੰਦੇ ਨੇ ਉਹ ਹਰਿਆਣਾ ਤੇ ਪੰਜਾਬ ਦੇ ਹੀ ਰਹਿੰਦੇ ਨੇ। ਫੋਕਸ ਜਿਹੜਾ ਮੇਨ ਦੋਨੋਂ ਹੀ ਜਗ੍ਹਾ ਤੋਂ ਜ਼ਿਆਦਾ ਫਾਰਮਰ ਆਉਂਦੇ ਨੇ, ਪਾਰਟਿਸਿਪੇਟ ਕਰਦੇ ਨੇ ਜੀ ਜੀ। ਹਾਂਜੀ। ਤੇ ਉਸ ਤੋਂ ਬਾਅਦ ਬਾਈ ਜੀ, ਜਦੋਂ ਆਪਾਂ ਕਿਸੇ ਵੀ ਕੰਪੀਟੀਸ਼ਨ ਦੇ ਵਿੱਚ ਮੰਨ ਲਓ ਕੋਈ ਪੋਜੀਸ਼ਨ ਹਾਸਲ ਕਰਦੇ ਆ ਤਾਂ ਉਹਦੇ ਨਾਲ ਉਹਦੇ ਖਰੀਦਦਾਰ ਵੀ ਹੁੰਦੇ ਆ ਜਿਹੜੇ ਸ਼ੌਕੀਨ ਹੈ, ਜਿਨ੍ਹਾਂ ਨੂੰ ਐਂ ਹੁੰਦਾ ਵੀ ਨਹੀਂ ਯਾਰ ਇਹ ਚੀਜ਼ ਮੇਰੇ ਕੋਲੇ ਹੋਵੇ, ਚਾਹੇ ਕਿਸੇ ਕੋਲੇ ਕੋਈ ਝੋਟਾ ਹੋਵੇ, ਸਾਨ ਹੋਵੇ, ਢੱਠਾ ਹੋਵੇ। ਹਰ ਬੰਦੇ ਦੀ ਆਪੋ ਆਪਣੀ ਖਿੱਚ ਹੁੰਦੀ ਹੈ ਕਿ ਇਸ ਤੇ ਵੀ ਆਇਆ ਕੋਈ ਇਦਾਂ ਦਾ ਗਾਹਕ ਵੀ ਯਾਰ ਤੂੰ ਮੰਗ ਪੈਸੇ ਕਿੰਨੇ ਲੈਣਾ ਵੀ ਮੈਨੂੰ ਦੇ। ਬਿਲਕੁਲ ਜੀ ਬਿਲਕੁਲ। ਜਦੋਂ ਦੇਖੋ ਤੁਹਾਡੇ ਕੋਲੇ ਬਰੀਡ ਹੈ ਤੇ ਐਨੀਮਲ ਜਿਹੜੇ ਹਾਈ ਈਲਡਰ ਹੋ ਜਾਂਦੇ ਨੇ ਤਾਂ ਓਬਵੀਅਸਲੀ ਉਹਨਾਂ ਦੀ ਜਿਹੜੀ ਪ੍ਰਾਈਸ ਹੈ ਉਹ ਮਾਰਕੀਟ ਦੇ ਵਿੱਚ ਕਾਫੀ ਵੈਲਿਊਏਬਲ ਹੁੰਦੀ ਹੈਗੀ। ਜੇ ਆਪਾਂ ਸਿਰਫ ਇਸ ਦੀ ਗੱਲ ਕਰੀਏ ਤਾਂ ਮੇਲੇ ਤੋਂ ਬਾਅਦ ਤਾਂ ਅਪਰੋਚ ਹੋਣੀ ਹੈ, ਉਸ ਤੋਂ ਪਹਿਲਾਂ ਵੀ, ਕਿਉਂਕਿ ਦੇਖੋ ਕੰਪੀਟੀਸ਼ਨ ਦੇ ਵਿੱਚ ਜ਼ਿਆਦਾਤਰ
ਲੋਕਾਂ ਨੂੰ ਪਤਾ ਹੁੰਦਾ ਵੀ ਕੌਣ ਪਾਰਟਿਸਿਪੇਟ ਕਰ ਰਿਹਾ ਹੈਗਾ। ਹਾਂਜੀ ਪਾਰਟਿਸਿਪੈਂਟਸ ਦੀ ਜੇ ਆਪਾਂ ਗੱਲ ਕਰੀਏ, ਦਰਸ਼ਕਾਂ ਨੂੰ ਉਹਨਾਂ ਦੀ ਮਤਲਬ ਕਿ ਜਜਮੈਂਟ ਘੱਟ ਹੁੰਦੀ ਹੋਵੇ ਚਾਹੇ, ਬਿਲਕੁਲ ਜੀ। ਤੇ ਜਿਹੜੇ ਬੰਦੇ ਹੁਣ ਪਾਰਟਿਸਿਪੇਟ ਕਰ ਰਹੇ ਨੇ ਉਹਨਾਂ ਨੂੰ ਪਤਾ ਹੁੰਦਾ ਆਪਸੀ ਵੀ ਕੌਣ ਆਊਗਾ। ਕੋਈ ਨਵਾਂ ਐਂਟਰੀ ਮਾਰਦਾ, ਹਾਲਾਂਕਿ ਨਵੀਂ ਸਾਡੀ ਇਸ ਵਾਰ ਵੀ ਨਹੀਂ ਸੀ, ਅਸੀਂ ਪਿਛਲੀ ਵਾਰ ਵੀ ਪਾਰਟਿਸਿਪੇਟ ਕੀਤਾ ਸੀਗਾ ਜਿਹੜਾ ਐਨੀਮਲ ਆਪਣਾ। ਹਾਂਜੀ ਹਾਂਜੀ, ਇਹ 2 ਟੀਥ ਦੇ ਵਿੱਚ ਅਸੀਂ ਨੇ ਪਾਰਟਿਸਿਪੇਟ ਕੀਤਾ ਸੀ। ਉਸ ਟਾਈਮ 48 ਲੀਟਰ 750 ਗ੍ਰਾਮ ਕੱਢ ਕੇ ਇਹਨੇ 5th ਪੋਜੀਸ਼ਨ ਹਾਸਲ ਕੀਤੀ ਸੀ ਲਾਸਟ ਈਅਰ ਪੀਡੀਐਫਏ ਦੀ ਹੀ ਮਿਲਕਿੰਗ ਚੈਂਪੀਅਨਸ਼ਿਪ ਤੇ ਇੱਥੇ ਮੈਂ ਇੱਕ ਪੁਆਇੰਟ ਮੈਂਸ਼ਨ ਕਰਨਾ ਚਾਹੂੰਗਾ। ਉਸ ਟਾਈਮ ਕੀ ਹੈਗਾ, ਸਾਡਾ ਫਸਟ ਟਾਈਮ ਸੀਗਾ। ਕੁਝ ਚੀਜ਼ਾਂ ਹੁੰਦੀਆਂ ਨੇ ਜਿਵੇਂ ਸਿੰਥੈਟਿਕ ਚੀਜ਼ਾਂ, ਆਪਾਂ ਸਾਰਿਆਂ ਦੇ ਇਹ ਚੀਜ਼ਾਂ ਮੈਂ ਮੈਂਸ਼ਨ ਬਿਲਕੁਲ ਕਰਨਾ ਚਾਹੂੰਗਾ। ਸਿੰਥੈਟਿਕਲੀ ਕੁਝ ਫਾਰਮਰ ਹੈਗੇ ਨੇ, ਜਾਂ ਫਾਰਮਰ ਕਹੀਏ ਜਾਂ ਵਪਾਰੀ ਹੈਗੇ ਨੇ, ਦੁੱਧ ਕਢਵਾ ਲੈਂਦੇ ਨੇ ਕਿਸੇ ਨਾ ਕਿਸੇ ਤਰ੍ਹਾਂ। ਕੋਈ ਮੰਨ ਲਓ ਜਿਵੇਂ ਖਿਡਾਰੀ ਵੀ ਅੱਜ ਆਪਾਂ ਕਹਿੰਦੇ ਵੀ ਜਿਵੇਂ ਡੋਪ ਟੈਸਟ ਤੋਂ ਬਾਅਦ ਇੱਕ ਕਲੀਅਰ ਸਿਸਟਮ ਹੁੰਦਾ ਆਪਣੇ ਕੋਲ ਵੀ ਇਹ ਸਹੀ ਹੈ। ਡੋਪ ਟੈਸਟਿੰਗ ਦੇ ਵਿੱਚ ਜਿਹੜੇ ਕਈ ਵਾਰ ਹੁੰਦੇ ਨੇ, ਆਪਾਂ ਨੂੰ ਜਜਮੈਂਟ ਹਰ ਬੰਦੇ ਨੂੰ ਹਰ ਲਾਈਨ ਦੀ। ਉਸੇ ਤਰ੍ਹਾਂ ਐਨੀਮਲਸ ਦੀ ਜੇ ਗੱਲ ਕਰੀਏ ਤਾਂ ਇੱਥੇ ਵੀ ਜਿਹੜੇ ਉਸ ਟਾਈਮ ਇਸ ਵਾਰ ਪੀਡੀਐਫ ਨੇ ਬਹੁਤ ਵਧੀਆ ਸਟੈਪ ਲਿਆ। ਵੈਸੇ ਉੱਥੇ ਕੋਈ ਵੀ ਡ੍ਰਿਪ ਸਿਸਟਮ ਨਹੀਂ ਹੋਣ ਦਿੱਤਾਗਾ, ਉਹਨਾਂ ਨੇ ਖਾਸ ਕਰਕੇ ਇਸ ਦੀ ਬੰਦਿਸ਼ ਕਰ ਦਿੱਤੀ ਹੈ, ਜਿਹੜਾ ਕਿ ਬਹੁਤ ਹੀ ਉਮਦਾ ਸਟੈਪ ਲਿਆਗਾ ਪੀਡੀਐਫਏ ਵੱਲੋਂ। ਪਰ ਉਸ ਤੋਂ ਪਹਿਲਾਂ ਇਹ ਨਹੀਂ ਸੀਗਾ, ਪਿਛਲੇ ਸਾਲ ਦੀ ਮੈਂ ਗੱਲ ਕਰ ਰਿਹਾ। ਤਾਂ ਉਹਨਾਂ ਕਾਰਨਾਂ ਕਰਕੇ ਅਸੀਂ 5th ਪੋਜੀਸ਼ਨ ਤੇ ਆਏ ਸੀਗੇ। ਅਦਰਵਾਈਜ਼ ਅਸੀਂ ਉਸ ਟਾਈਮ ਵੀ ਸੋਚ ਰਹੇ ਸੀਗੇ, ਕਿਉਂਕਿ ਮੇਲੇ ਦੇ ਵਿੱਚ ਪਤਾ ਲੱਗ ਜਾਂਦਾ, ਦੇਖਦੇ ਸੀ ਵੀ ਲੋਕੀ ਦੋਨੋਂ ਪਾਸੋਂ ਬੋਤਲਾਂ ਚੜਾ ਰਹੇ ਆ, ਉੱਥੇ ਬੋਰੀਆਂ ਬੋਤਲਾਂ ਦੀਆਂ ਭਰ ਰਹੇ ਆ। ਯਾਨੀ ਕਿ ਖਾਣੇ ਤੇ ਘੱਟ ਧਿਆਨ, ਪਾਣੀ ਯਾਨੀ ਕਿ ਇੰਜੈਕਸ਼ਨਾਂ ਤੇ ਜ਼ਿਆਦਾ ਧਿਆਨ ਕਰਕੇ ਉਸ ਤਰ੍ਹਾਂ ਦੁੱਧ ਲੈ ਕੇ ਪਹਿਲਾਂ ਜਿਹੜਾ ਇਹ ਚਲਨ ਹੈਗਾ ਸੀਗਾ ਚੈਂਪੀਅਨਸ਼ਿਪਾਂ ਦੇ ਵਿੱਚ। ਹੁਣ ਵੈਸੇ ਇਹ ਬਹੁਤ ਵਧੀਆ ਸਟੈਪ ਹੋ ਗਿਆ। ਹੁਣ ਐਸਾ ਕੁਝ ਯਾਨੀ ਕਿ ਸਪੈਸੀਫਾਈ ਕੀਤਾ ਹੈਗਾ ਮੈਂਸ਼ਨ ਉਹਨਾਂ ਨੇ ਖਾਸ ਕਰਕੇ। ਅੱਛਾ ਬਾਈ ਜੀ, ਹਾਂਜੀ ਹਾਂ, ਉਹੀ ਕਾਰਨ ਸੀਗਾ ਜੇ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਵੀ ਉਹ ਕਿਤੇ ਨਾ ਕਿਤੇ ਉਹ ਕਾਰਨਾਂ ਕਰਕੇ ਇਹਨੇ 5th ਪੋਜੀਸ਼ਨ ਹਾਸਿਲ ਕੀਤੀ। ਅਦਰਵਾਈਜ਼ ਇਸ ਵਾਰ ਵੀ ਜਿਹੜਾ ਪੀਡੀਐਫਏ ਦਾ ਫਸਟ ਦਾ ਰਿਕਾਰਡ ਸੀਗਾ ਇਸ ਤੋਂ ਪਹਿਲਾਂ ਸਰਦੀਆਂ ਦਾ, ਤਾਂ ਉਹ ਅਪਰੋਕਸੀਮੇਟ 49 ਲੀਟਰ ਸੀਗਾ। ਯਾਨੀ ਕਿ ਪਿਛਲੇ ਸਾਲ ਦੇ ਰਿਕਾਰਡ 5th ਪੋਜੀਸ਼ਨ ਦੇ ਬਰਾਬਰ ਇਸ ਟਾਈਮ ਫਸਟ ਪੋਜੀਸ਼ਨ ਸੀਗੀ। ਉੱਥੇ ਅਸੀਂ ਇਹੀ ਮੰਨਦੇ ਹਾਂ, ਜ਼ਿਆਦਾਤਰ ਲੋਕੀ ਇਹੀ ਮੰਨਦੇ ਨੇ ਵੀ ਉਹ ਡ੍ਰਿਪਾਂ ਦਾ ਸਿਸਟਮ ਸੀਗਾ ਜਿਹੜਾ ਉਹ ਹਟਣਾ ਵੀ ਚਾਹੀਦਾ, ਕਿਉਂਕਿ ਫਿਰ ਇਸ ਤਰ੍ਹਾਂ ਨਵੇਂ ਪਾਰਟਿਸਿਪੈਂਟ ਨੂੰ ਯਾਨੀ ਕਿ ਮੌਕਾ ਨਹੀਂ ਮਿਲਦਾ। ਬਿਲਕੁਲ ਜੀ, ਬਹੁਤ ਵੱਡੀ ਮੁਸ਼ਕਲ ਵੀ ਖੜੀ ਹੁੰਦੀ ਹੈ। ਬਿਲਕੁਲ ਨਾਲ ਫਿਰ ਅਸੀਂ ਉਹਦੇ ਚ ਆਪਾਂ ਜਿਵੇਂ ਕਹਿੰਦੇ ਇੱਕ ਤਾਂ ਆਪਾਂ ਨੇ ਆਰਗੈਨਿਕ ਕਹਿ ਰਹੀ ਹੈ ਪੂਰੀ ਪਿਓਰ ਚੀਜ਼ ਤਿਆਰ ਕੀਤੀ ਹੈ, ਇੱਕ ਪਾਸੇ ਡੁਪਲੀਕੇਟ ਚੀਜ਼ ਹੈ, ਫਿਰ ਫਰਕ ਤਾਂ ਹੈਗਾ ਹੀ। ਬਿਲਕੁਲ। ਅੱਛਾ ਬਾਈ, ਗੱਲ ਕਰੀਏ ਆਪਾਂ ਹੁਣ ਤੁਹਾਡੇ ਫਾਰਮ ਦੀ, ਤੁਸੀਂ ਕਦੋਂ ਸ਼ੁਰੂ ਕੀਤਾ ਸੀ ਤੇ ਕਿੰਨੀਆਂ ਗਾਵਾਂ ਤੋਂ ਸ਼ੁਰੂ ਕੀਤਾ ਸੀ? ਇਹ ਜੀ ਅਸੀਂ ਨੇ ਜੀ 2012 ਦੇ ਵਿੱਚ ਸਟਾਰਟ ਕੀਤਾ ਹੈਗਾ ਇਹ ਕੰਮ। ਤੇ ਸਭ ਤੋਂ ਪਹਿਲਾਂ ਅਸੀਂ ਨੇ 9 ਗਾਵਾਂ ਪਰਚੇਜ਼ ਕੀਤੀਆਂ ਸੀ ਉਸ ਟਾਈਮ ਜੀ, ਤੇ 6 ਮਹੀਨਿਆਂ ਦੇ ਵਿੱਚ। ਯਾਨੀ ਕਿ ਜਿਵੇਂ ਮੰਨ ਲਓ ਵੀ 6 ਮਹੀਨੇ ਦੇ ਡਿਊਰੇਸ਼ਨ ਦੇ ਵਿੱਚ 9 ਗਾਵਾਂ ਪਰਚੇਜ਼ ਕਰਕੇ ਸਟਾਰਟ ਕੀਤਾ ਹੈਗਾ। ਤੇ ਉਸ ਤੋਂ ਬਾਅਦ ਅੱਜ ਤੱਕ ਗਾਵਾਂ ਸੇਲ ਹੀ ਕੀਤੀਆਂ ਨੇ, ਵੈਸੇ ਪਰਚੇਜ਼ ਕੋਈ ਨਹੀਂ ਕੀਤੀ। ਤੇ ਹੁਣ ਹੈ ਕਿੰਨੀਆਂ ਨੇ ਜੀ? ਟੋਟਲ ਸਟਰੈਂਥ ਸਾਡੇ ਕੋਲ ਹੈਗਾ ਜੀ, ਵੱਡੇ ਐਨੀਮਲ ਹੈਗੇ ਨੇ ਅਪਰੋਕਸੀਮੇਟ 40, ਤੇ ਕਾਫ ਹੈਗੇ ਨੇ ਸਾਡੇ ਕੋਲ ਹੀਫਰ, ਤੇ ਜਿਹੜੀਆਂ ਇਸ ਸਾਲ ਦੀਆਂ ਛੋਟੀ ਕਾਫ ਨੇ ਉਹ 35 ਜੀ। ਹਾਂਜੀ, ਮਤਲਬ ਇੱਥੋਂ ਹੀ ਮਤਲਬ ਇਹਨਾਂ ਨੂੰ ਵਧਾਈ ਜਾਂਦੇ ਹੋਗੇ, ਨਾਲ ਸੇਲ ਕਰਦੇ ਹੋ ਕਿਤੇ ਨਾ ਕਿਤੇ? ਹਾਂ, ਸੇਲ ਥੋੜਾ ਘੱਟ ਕਰ ਰਹੇ ਹਾਂ ਅਸੀਂ, ਯਾਨੀ ਕਿ ਗਰੋ ਕਰਨ ਦੇ ਮੰਤਵ ਦੇ ਨਾਲ, ਤਾਂ ਕਿ ਯਾਨੀ ਕਿ ਇਹਦੀ ਸਟਰੈਂਥ ਹੈ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਕਿ 100 ਜਾਂ 200 ਦੇ ਅਪਰੋਕਸੀਮੇਟ ਕਰੀਏ ਅਸੀਂ। ਉਸ ਹਿਸਾਬ ਨਾਲ ਯਾਨੀ ਕਿ ਕਾਫ ਅਸੀਂ ਘੱਟ ਸੇਲ ਕਰ ਦਿਆਂਗੇ। ਅੱਛਾ ਬਾਈ, ਆਪਾਂ ਕੋਈ ਵੀ ਕੰਮ ਸ਼ੁਰੂ ਕਰਦੇ ਆ, ਆਪਾਂ ਰਸਤੇ ਦੇ ਵਿੱਚ ਔਕੜਾਂ ਹੀ ਬਹੁਤ ਆਉਂਦੀਆਂ ਨੇ, ਤੁਹਾਨੂੰ ਕੋਈ ਇਦਾਂ ਦੀਆਂ ਮੁਸ਼ਕਲਾਂ ਵੀ ਆਈਆਂ ਜੀ? ਬਿਲਕੁਲ ਆਉਂਦੀਆਂ ਨੇ ਵੀਰੇ। ਹਾਲਾਂਕਿ ਕੁਝ ਵੀ ਕਰਦੇ ਹੋ ਤੁਸੀਂ ਤਾਂ ਔਕੜਾਂ ਤਾਂ ਆਉਣੀਆਂ ਨੇ। ਇਹ ਤਾਂ ਯਾਨੀ ਕਿ ਬੰਦੇ ਨੂੰ ਸਭ ਤੋਂ ਪਹਿਲਾਂ ਤਿਆਰ ਰਹਿਣਾ ਚਾਹੀਦਾ, ਯਾਨੀ ਕਿ ਦਿਮਾਗ ਦੇ ਵਿੱਚ ਨਹੀਂ ਆਪਾਂ ਇਹ ਕਹਾਂਗੇ ਕਿ ਇਹਨਾਂ ਚੀਜ਼ਾਂ ਵਾਸਤੇ ਤਿਆਰ ਰਹਿਣਾ ਹੀ ਚਾਹੀਦਾ ਹੈਗਾ। ਬਿਲਕੁਲ, ਕੋਈ ਵੀ ਕੰਮ ਹੈ ਸੌਖਿਆਂ ਤਾਂ ਕੋਈ ਟਾਰਗੇਟ ਹਾਸਲ ਹੁੰਦਾ ਹੀ ਨਹੀਂ ਹੈਗਾ। ਬਿਲਕੁਲ ਜੀ, ਔਕੜਾਂ ਆਉਂਦੀਆਂ ਨੇ ਤੇ ਫਿਰ ਉਹਨਾਂ ਔਕੜਾਂ ਨੂੰ ਠੋਕਰ ਮਾਰ ਕੇ ਬੰਦਾ ਅੱਗੇ ਜਾਂਦਾ ਜੀ। ਹਾਂ, ਜੇ ਤੁਸੀਂ ਫਾਈਨਲ ਜਾਣਾ ਤਾਂ ਤੁਹਾਨੂੰ ਕਿੰਨੀਆਂ ਟੀਮਾਂ ਨਾਲ ਲੜ ਭਿੜ ਕੇ ਜਾਣਾ ਹੀ ਪੈਂਦਾ ਜੇ ਆਪਾਂ ਆਪਦੇ। ਬਿਲਕੁਲ ਬਾਈ, ਬਿਲਕੁਲ। ਹਾਂ, ਸੋ ਦਰਸ਼ਨ ਬਾਈ ਜੀ, ਆਪਾਂ ਦੇਖਿਆ ਜਾਵੇ ਤੁਸੀਂ ਸੰਗਰੂਰ ਜ਼ਿਲ੍ਹੇ ਦੇ ਪਹਿਲੇ ਮੇਰਾ ਖਿਆਲ ਆ ਵੀ ਫਾਰਮਰ ਹੋਗੇ ਗਊ ਵਾਲੇ ਜਿਹੜੇ ਕਿ ਪਹਿਲੇ 3 ਦੇ ਵਿੱਚ ਪੋਜੀਸ਼ਨ ਹਾਸਲ ਕੀਤੀ ਹੈ ਜੀ। ਬਿਲਕੁਲ, ਮਿਲਕਿੰਗ ਕੰਪੀਟੀਸ਼ਨ ਦੇ ਵਿੱਚ ਜਿਨ੍ਹਾਂ ਨੇ ਟੌਪ 3 ਦੇ ਵਿੱਚ ਪੋਜੀਸ਼ਨ ਹਾਸਲ ਕੀਤੀ ਇੰਡੀਆ ਲੈਵਲ ਤੇ। ਹਾਂਜੀ, ਤੇ ਆਪਾਂ ਇਹ ਗੱਲ ਕਰੀਏ ਵੀ ਜਿਹੜਾ ਇਹਦਾ ਦੁੱਧ ਹੈ ਤੁਹਾਡਾ, ਇਹ ਤੁਸੀਂ ਕਿੱਥੇ ਸੇਲ ਕਰਦੇ ਹੋ? ਕਿੰਨਾ ਹੁੰਦਾ ਡੇਲੀ ਤੁਹਾਡੇ ਕੋਲੇ, ਜਾਂ ਘਿਓ ਵੀ ਬਣਾਉਂਦੇ ਹੋ? ਦੁੱਧ ਹੈ ਜੀ ਜਿਹੜਾ ਉਹ ਆਪਣਾ ਵੇਰਕਾ ਨੂੰ ਹੀ ਜਾਂਦਾ ਹੈਗਾ। ਲਗਭਗ ਜ਼ਿਆਦਾ ਅਸੀਂ ਨਹੀਂ 8-9 ਸਾਲ ਦੇ ਵਿੱਚ ਕਹੀ, ਇਹਦਾ 7 ਸਾਲ ਸਾਡਾ ਦੁੱਧ ਜਿਹੜਾ ਵੇਰਕਾ ਨੂੰ ਹੀ ਗਿਆ ਹੈਗਾ। ਕੋਆਪਰੇਟਿਵ ਅਦਾਰਾ ਜਿਹੜਾ ਪੰਜਾਬ ਸਰਕਾਰ ਦੇ ਨਾਲ ਮਿਲ ਕੇ।
ਤੇ ਇੱਥੇ ਮੈਂ ਵੇਰਕਾ ਦਾ ਵੀ ਪੁਆਇੰਟ ਮੈਂਸ਼ਨ ਕਰਨਾ ਚਾਹੂੰਗਾ ਤੇ ਬਿਲਕੁਲ ਜੇ ਵੇਰਕਾ ਜਿਹੜਾ ਫਾਰਮਰਾਂ ਵਾਸਤੇ ਬਹੁਤ ਹੀ ਸਹੀ ਯਾਨੀ ਕਿ ਹੈਲਪ ਕਰ ਰਹੀ ਹੈ। ਇੱਕ ਬੇਸ ਪੁਆਇੰਟ ਹੈ ਜਿਹੜਾ ਵੇਰਕਾ ਨੂੰ ਮੰਨ ਕੇ ਹੀ ਚੱਲਿਆ ਜਾਂਦਾ ਵੀ ਇਸ ਤਰ੍ਹਾਂ ਦਾ ਦੁੱਧ ਦਾ ਰੇਟ ਹੋਊਗਾ ਤੇ ਇਸ ਤਰ੍ਹਾਂ ਦੀ ਇਹਦੀ ਕਮਾਈ ਹੋਊਗੀ। ਤੇ ਜਿਹੜੀ ਘਿਓ ਵਾਲਾ ਹੈਗਾ ਉਹ ਫਿਲਹਾਲ ਅਸੀਂ ਇਸ ਲਾਈਨ ਨੂੰ ਯਾਨੀ ਕਿ ਇਹ ਹੈਗਾ ਜਿਹੜਾ ਨੈਕਸਟ ਪੁਆਇੰਟ ਕਹਿ ਸਕਦੇ ਹਾਂ ਇਸ ਨੂੰ। ਹਾਲਾਂਕਿ ਕੁਝ ਲੋਕੀ ਇਹਨੂੰ ਫਰਸਟ ਪੁਆਇੰਟ ਵੀ ਬਣਾ ਲੈਂਦੇ ਨੇ, ਯਾਨੀ ਕਿ ਦੁੱਧ ਪ੍ਰੋਡਿਊਸ ਕਰਨ ਤੋਂ ਪਹਿਲਾਂ ਦੁੱਧ ਤੋਂ ਜਿਹੜੇ ਪ੍ਰੋਡਕਟ ਨੇ ਉਧਰ ਨੂੰ ਜ਼ਿਆਦਾ ਧਿਆਨ ਉਹਨਾਂ ਦਾ ਹੋ ਜਾਂਦਾ। ਹਰ ਕਿਸੇ ਦਾ ਅਲੱਗ-ਅਲੱਗ ਨਜ਼ਰੀਆ, ਪਰ ਮੈਂ ਇਹ ਮੰਨਦਾਗਾ ਵੀ ਜੇ ਤੁਸੀਂ ਡੇਅਰੀ ਫਾਰਮ ਸਫਲ ਬਣਾਉਣਾ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਇਹ ਟਾਰਗੇਟ ਹੈ ਵੀ ਤੁਸੀਂ ਆਪਣੀਆਂ ਗਾਵਾਂ ਤੋਂ ਦੁੱਧ ਕਿਵੇਂ ਲੈਣਾ ਤੇ ਉਹਦਾ ਜਿਹੜਾ ਪ੍ਰੋਫਿਟ ਹੈ ਤੁਸੀਂ ਉਹ ਮਾਰਕੀਟ ਦੇ ਰੇਟ ਦੇ ਹਿਸਾਬ ਨਾਲ ਕਿਹੜਾ ਬਣਾ ਕੇ ਚੱਲੋ। ਉਹ ਅਗਲਾ ਪੁਆਇੰਟ ਹੈ ਵੀ ਤੁਸੀਂ ਉਸ ਤੋਂ ਪ੍ਰੋਡਕਟ ਬਣਾ ਕੇ ਵੇਚਣੇ ਨੇ ਤੇ ਉਹ ਡਿਫਰੈਂਟ ਧੰਦਾ ਵੀ ਕਹਿ ਸਕਦੇ ਹਾਂ। ਹਾਲਾਂਕਿ ਸਹਾਇਕ ਹੈ ਇਹਦੇ ਨਾਲ, ਪਰ ਉਹਦੀ ਯਾਨੀ ਕਿ ਇੱਕ ਬ੍ਰਾਂਚ ਹੋਊਗੀ ਅਲੱਗ ਤੋਂ, ਉਹ ਇਹ ਕਹਿ ਸਕਦੇ ਹਾਂ। ਬਿਲਕੁਲ। ਤੇ ਕਿੰਨਾ ਹੁੰਦਾ ਤੁਹਾਡਾ ਜੀ ਦੁੱਧ? ਹੈਗਾ ਜੀ ਅਪਰੋਕਸੀਮੇਟ ਆਪਣੇ ਕੋਲ 10 ਕੁਇੰਟਲ ਦੁੱਧ ਹੋ ਜਾਂਦਾ ਹੈਗਾ ਸਰਦੀਆਂ ਦਾ, ਗਰਮੀਆਂ ਥੋੜਾ ਘੱਟ ਰਹਿੰਦਾ ਹੈਗਾ। ਡੇਲੀ ਦਾ ਜੀ? ਹਾਂਜੀ ਡੇਲੀ ਦਾ ਜੀ ਜੀ। ਤੇ ਫਿਰ ਹੁਣ ਆਪਾਂ ਆਲ ਓਵਰ ਗੱਲ ਹੀ ਕਰ ਲਈਏ ਵੀ ਮਹੀਨੇ ਦੇ ਹਿਸਾਬ ਨਾਲ ਜਾਂ ਸਾਲ ਦੇ ਹਿਸਾਬ ਨਾਲ ਇਨਕਮ ਦੀ ਗੱਲ ਕਰੀਏ ਤਾਂ ਕਿੰਨੀ ਕੁ ਹੈ ਜਿਹੜੀ ਤੁਸੀਂ ਬਚਤ ਚੋਂ ਕਰ ਲੈਣੀ ਹੈ? ਖਰਚਾ ਕਿੰਨਾ ਆ ਜਾਂਦਾ ਜੀ? ਦੇਖੋ ਜੀ, ਜਿਹੜੀ ਇਨਕਮ ਦੀ ਗੱਲ ਆਪਾਂ ਕਰਦੇ ਆ ਉਹ ਕਿਸੇ ਵੀ ਬਿਜ਼ਨਸ ਦੇ ਮਾਮਲੇ 'ਚ ਇੱਕ ਦੇਖੋ ਜੌਬ ਹੈ ਤਾਂ ਉੱਥੇ ਆਪਾਂ ਨੂੰ ਸ਼ੋਰਟ ਪਤਾ ਹੁੰਦਾ ਹੈ ਮੈਨੂੰ 50,000 ਮਿਲ ਰਹੇ ਨੇ ਜਾਂ 1 ਲੱਖ ਰੁਪਏ ਮਹੀਨਾ ਮਿਲ ਰਿਹਾ ਜਾਂ 2 ਮਿਲ ਰਿਹਾ ਕਿਸੇ ਨੂੰ। ਤੇ ਪਰ ਜਦੋਂ ਆਪਾਂ ਬਿਜ਼ਨਸ ਦੀ ਗੱਲ ਕਰਦੇ ਹਾਂ ਤਾਂ ਇਹ ਲਾਈਫ ਸਪੈਨ ਦੇ ਹਿਸਾਬ ਨਾਲ ਆਪਾਂ ਕੋਈ ਵੀ ਕੰਮ ਕਰ ਦਿਆਂਗੇ। ਆਪਾਂ ਘੱਟੋ ਘੱਟ ਅਗਲੇ 5 ਜਾਂ 10 ਸਾਲ ਦਾ ਬੰਦੇ ਦੇ ਦਿਮਾਗ ਦੇ ਵਿੱਚ ਹੁੰਦਾ ਵੀ ਮੈਂ ਇੱਥੇ ਪਹੁੰਚਣਾ, ਮੇਰੀ ਇਹ ਇਨਵੈਸਟਮੈਂਟ ਲੱਗਣੀ ਹੈ, ਮੈਂ ਇਹ ਇਨਫਰਾਸਟ੍ਰਕਚਰ ਬਣਾਉਣਾ ਹੈਗਾ। ਤਾਂ ਉਸਨੇ ਉਹ ਬਣਾਉਣਾ ਵੀ ਆਪਦੇ ਕੰਮ ਦੇ ਆਮਦਨ ਦੇ ਵਿੱਚ ਹੀ ਹੁੰਦਾ, ਜਿਵੇਂ ਆਪਾਂ ਡੇਲੀ ਕਮਾਈ ਹੈ ਜਿਹੜੀ। ਹਾਂਜੀ। ਤੇ ਜਿਹੜੇ ਸਟਾਰਟਿੰਗ ਪੁਆਇੰਟ ਤੇ ਆਪਾਂ ਕਹੀਏ ਵੀ 10 ਸਾਲ ਦੇ ਪੁਆਇੰਟ ਦੇ ਵਿੱਚ ਉਹ ਕਾਫੀ ਜ਼ਿਆਦਾ ਫਰਕ ਹੁੰਦਾ ਹੈਗਾ ਸਟਰੈਂਥ ਦਾ। ਜਿਵੇਂ ਆਪਣੀ ਸਟਰੈਂਥ ਦੀ ਗੱਲ ਕਰੀਏ ਅਸੀਂ, ਜਿਵੇਂ ਸਟਾਰਟਿੰਗ ਅਸੀਂ 9 ਗਾਵਾਂ ਤੋਂ ਕਰੀ ਤਾਂ ਉਹ ਕੰਮ ਲਗਭਗ 10-15 ਲੱਖ ਰੁਪਏ ਦਾ ਹੋਊਗਾ। 9 ਗਾਵਾਂ ਉਸ ਟਾਈਮ ਯਾਨੀ ਕਿ 5-6 ਲੱਖ ਦੀਆਂ ਗਾਵਾਂ ਆਈਆਂ ਸੀਗੀਆਂ ਤੇ ਹੋਰ 5 ਜਾਂ 10 ਲੱਖ ਰੁਪਏ ਐਕਸਟਰਾ ਸਾਈਲੇਜ ਤੇ ਆਪਾਂ ਇਨਫਰਾਸਟ੍ਰਕਚਰ ਤੇ ਲਾ ਕੇ 15 ਲੱਖ ਰੁਪਏ ਦਾ ਕੰਮ ਸੀਗਾ। ਤੇ ਉਸੇ ਕੰਮ ਨੂੰ ਜੇ ਅੱਜ ਆਪਾਂ ਮੈਜ਼ਰਮੈਂਟ ਕਰਦੇ ਹਾਂ ਕਮਾਈ ਤੋਂ ਹਟ ਕੇ, ਜਿਹੜੀ ਕਿ ਮੈਂ ਡੇਲੀ ਕਿਤੇ ਯੂਜ਼ ਕੀਤੀ ਉਸ ਤੋਂ ਬਿਨਾਂ, ਤਾਂ ਉਹ ਇਹ ਇਨਵੈਸਟਮੈਂਟ ਹੀ ਮੇਰੀ ਲਗਭਗ ਇਸ ਟਾਈਮ 2 ਕਰੋੜ ਰੁਪਏ ਦੀ ਹੈ ਜੀ। 1.5 ਤੋਂ 2 ਕਰੋੜ ਰੁਪਏ ਦੀ ਹੈ। ਤਾਂ ਮੈਂ ਇਸੇ ਕੰਮ ਤੋਂ ਕਮਾ ਕੇ ਹੀ ਲਈ ਹੈਗੀ। ਮਤਲਬ ਇੱਥੇ ਇਨਵੈਸਟ ਕਰੀਆਂ ਤੁਸੀਂ? ਬਿਲਕੁਲ ਜੀ। ਹਜੇ ਯਾਨੀ ਕਿ ਇੱਕ ਹੁੰਦਾ ਨਾ ਪੁਆਇੰਟ, ਇੱਕ ਸੈਟੀਸਫੈਕਸ਼ਨ ਪੁਆਇੰਟ ਆਉਂਦਾ ਵੀ ਨਹੀਂ ਜੀ ਮੈਂ ਤਾਂ 100 ਰੱਖਣੀਆਂ ਨੇ ਜਾਂ 200 ਰੱਖਣੀਆਂ ਨੇ ਜਾਂ 50 ਰੱਖਣੀਆਂ ਨੇ, ਵੀ ਆਪਾਂ ਹੁਣ ਰੁਕ ਕੇ ਹੁਣ ਆਪਾਂ ਕਮਾਈ ਤੇ ਆ। ਹਾਂ, ਉਸ ਤੋਂ ਬਾਅਦ ਆਪਾਂ ਇੱਕ ਡਿਸਾਈਡ ਕਰ ਸਕਦੇ ਹਾਂ ਵੀ ਮੈਨੂੰ ਮੰਥਲੀ ਕੀ ਆਉਂਦਾ ਹੈਗਾ। ਹਾਲਾਂਕਿ ਐਵੇਂ ਨਹੀਂ ਹੈਗਾ ਵੀ ਉਸ ਤੋਂ ਪਹਿਲਾਂ ਚਾਨਣ ਨਹੀਂ ਹੁੰਦਾ ਬੰਦੇ ਨੂੰ। ਜੇ ਚਾਨਣ ਨਾ ਹੋਵੇ ਤਾਂ ਫਿਰ ਗਰੋਥ ਵੀ ਕਿਉਂ ਕਰੂਗਾ ਅਗਲਾ, ਤੇ ਫਿਰ ਵਧਾਉਣ ਦਾ ਵੀ ਕੋਈ ਲੌਜਿਕ ਨਹੀਂ ਰਹਿੰਦਾ ਉੱਥੇ, ਜੇ ਉਹਨੂੰ ਲੱਗੇ ਵੀ ਮੈਂ ਮਤਲਬ ਕਿ ਪ੍ਰੋਫਿਟ ਵਾਲੇ ਪਾਸੇ ਨਹੀਂ ਜਾ ਰਿਹਾ। ਅਦਰਵਾਈਜ਼ ਤੁਸੀਂ ਇੱਕ ਸ਼ੋਰਟ ਆਪਾਂ ਮਤਲਬ ਕਿ ਜੇ ਕੱਲੀ ਇੱਕ ਨਿਵੇਕਲੀ ਗਾਂ ਦੀ ਗੱਲ ਕਰੀਏ ਤਾਂ ਜਿਹੜੀ ਕਿ 10 ਤੋਂ 11,000 ਲੀਟਰ ਵਾਲੀ ਗਾਂ ਹੈ ਤਾਂ ਉੱਥੇ ਅਸੀਂ ਇਹ ਮੰਨ ਸਕਦੇ ਹਾਂ ਵੀ ਉਹ ਲੱਖ ਰੁਪਏ ਬੰਦੇ ਨੂੰ ਸਾਲ ਦਾ ਬਣਾ ਕੇ ਦੇ ਸਕਦੀ ਹੈ। ਜੀ ਜੀ। ਟੋਟਲ ਦੇ ਵਿੱਚ ਉਹ ਯਾਨੀ ਕਿ ਕਾਫੀ ਚੀਜ਼ਾਂ ਹੋ ਜਾਂਦੀਆਂ ਨੇ। ਕੋਈ ਕਿਸੇ ਮੋਟਿਵ ਨਾਲ ਕੰਮ ਕਰਦਾ, ਕੋਈ ਕਿਸੇ ਨਾਲ ਕਰਦਾ, ਕੋਈ ਬਰੀਡ ਦੇ ਹਿਸਾਬ ਨਾਲ ਕੰਮ ਕਰਦਾ, ਕੋਈ ਤਾਂ ਇਹ ਸੋਚਦਾ ਵੀ ਮੈਨੂੰ ਕੱਲਾ ਗਾਂ ਤੋਂ ਦੁੱਧ ਲੈ ਕੇ ਕਮਾਈ ਕਰਨੀ ਹੈਗੀ। ਹੁਣ ਅਸੀਂ ਕੀ ਸੋਚਦੇ ਹਾਂ ਵੀ ਸਾਡੀਆਂ ਗਾਵਾਂ ਦੀ ਵੈਲਿਊ ਹੈ ਜਿਹੜੀ ਉਹ 5 ਲੱਖ ਪਲੱਸ ਵੀ ਚਲੀ ਗਈ ਹੈ ਕੁਝ ਗਾਵਾਂ ਦੀ। ਤਾਂ ਅਸੀਂ ਉਸ ਯਾਨੀ ਕਿ ਕਾਫੀ ਚੀਜ਼ਾਂ ਨੂੰ ਲੈ ਕੇ ਜਦੋਂ ਚੱਲਦੇ ਹਾਂ ਆਪਾਂ, ਤਾਂ ਉੱਥੇ ਸਪੈਸੀਫਿਕ ਨਿਚੋੜ ਕੱਢਣਾ, ਕਿਸੇ ਨੂੰ ਕੱਢ ਕੇ ਦੇਣਾ ਆਪਦੇ ਆਪ ਨੂੰ ਤਾਂ ਜੇ ਬੰਦੇ ਨੂੰ ਕਲੀਅਰ ਹੈ ਤਾਂ ਹੀ ਉਹ ਬੰਦਾ ਚੱਲ ਰਿਹਾ, ਪਰ ਕਿਸੇ ਨੂੰ ਕੱਢ ਕੇ ਦੇਣਾ ਉਹ ਥੋੜਾ ਜਿਹਾ ਗੋਲ ਜਿਹਾ ਕੰਮ ਹੋ ਜਾਂਦਾ ਹੈਗਾ। ਜੀ ਜੀ। ਤੇ ਇੱਕ ਗਾਂ ਦੇਖਿਆ ਜਾਵੇ ਕਿੰਨੇ ਕੁ ਵੱਧ ਤੋਂ ਵੱਧ ਰੇਟ ਦੀ ਤੁਸੀਂ ਵੇਚੀ ਹੈ? ਅਸੀਂ ਜੀ ਮੈਕਸਿਮਮ ਗਾਂ ਵੇਚੀ ਹੈਗੀ 2.25 ਲੱਖ ਰੁਪਏ ਦੀ ਹਾਲਾਂ ਤੱਕ ਹਜੇ ਤੱਕ। ਹਾਂਜੀ ਜੀ ਜੀ। ਤੇ ਬਾਈ ਜਦੋਂ ਤੁਸੀਂ ਇਹ ਕੰਮ ਦੀ ਸ਼ੁਰੂਆਤ ਕਰਦੇ ਹੋ, ਆਪਾਂ ਥੋੜਾ ਜਿਹਾ ਪਿੱਛੇ ਚੱਲਦੇ ਹਾਂ। ਜਿਵੇਂ ਤੁਸੀਂ ਕਿਹਾ ਸੀਗਾ ਵੀ ਅਸੀਂ 9 ਗਾਵਾਂ ਲਈਆਂ ਤੇ ਉਹਦੇ ਵਾਸਤੇ ਜਿਹੜੇ ਪੈਸੇ ਸੀਗੇ ਇਨਵੈਸਟਮੈਂਟ ਸੀ ਉਹ ਤੁਸੀਂ ਲੋਨ ਵਗੈਰਾ ਲਏ ਸੀ ਜਾਂ ਕਿਵੇਂ ਕੀਤਾ ਸੀ? ਜੀ ਉਸ ਟਾਈਮ ਲੋਨ ਲਿਆ ਸੀ ਅਸੀਂ ਨੇ ਇਲਾਹਾਬਾਦ ਬੈਂਕ ਸੁਨਾਮ ਤੋਂ, ਤੇ ਫਿਰ ਉਹ ਰੀਪੇ ਕੀਤਾ ਪਿਛਲੇ ਲਾ ਲਓ ਵੀ 7-8 ਸਾਲ ਦੇ ਵਿੱਚ। ਜੀ ਹਾਂਜੀ। ਤੇ ਇਹਨਾਂ ਦੇ ਵਾਸਤੇ ਕੋਈ ਸਰਕਾਰ ਵੱਲੋਂ ਸਬਸਿਡੀ ਵਗੈਰਾ? ਹਾਂਜੀ, ਸਬਸਿਡੀ ਇਸ ਤੇ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ ਟਾਈਮ ਤੇ। ਹਰ ਸਾਲ ਹਾਲਾਂਕਿ ਸਕੀਮ ਚੇਂਜਸ ਵੀ ਹੁੰਦੀਆਂ ਰਹਿੰਦੀਆਂ ਨੇ। ਸ਼ੈੱਡ ਦੀ ਸਬਸਿਡੀ ਜਿਹੜੀ ਉਹ ਕਨਸਟੈਂਟ ਰਹਿੰਦੀ ਹੈ, ਲਗਭਗ ਹਰ ਸਾਲ ਰਹਿੰਦੀ ਹੈ। ਕੁਝ ਸਬਸਿਡੀਆਂ ਪੰਜਾਬ ਸਰਕਾਰ ਵਿਡਰਾਅ ਵੀ ਕਰ ਲੈਂਦੀ ਹੈ।
ਜਿਵੇਂ ਕਿ ਗਾਵਾਂ ਦੀ ਸਬਸਿਡੀ ਪਹਿਲਾਂ ਹੈਗੀ ਸੀਗੀ 12,500 ਰੁਪਏ ਪਰ ਪਸ਼ੂ 12.5 ਯਾਨੀ 25% ਸੀਗਾ 12.5 ਜਾਂ 17.5 ਇੱਥੇ ਕੁਛ ਤੇ ਉਹ ਕਈ ਸਾਲ ਵਿਡਰਾਅ ਵੀ ਕਰ ਲੈਂਦੇ ਨੇ, ਜਿਵੇਂ ਇਸ ਸਾਲ ਉਹ ਹੈ ਨਹੀਂਗੇ। TMR ਦੀ ਪਹਿਲਾਂ ਹੈਗੀ ਸੀ, ਉਹ ਹੁਣ ਹੈ ਨਹੀਂਗੀ। ਤੇ ਫਿਰ ਪਹਿਲਾਂ ਤੁਸੀਂ ਦਿੱਲੀ ਜੌਬ ਕਰਦੇ ਸੀ ਤੇ ਫਿਰ ਉਹ ਇਸੇ ਕਰਕੇ ਹੀ ਛੱਡੀ ਸੀ ਜਾਂ ਕੋਈ ਹੋਰ ਕਾਰਨ ਸੀਗਾ ਜੀ? ਨਹੀਂ, ਮੈਂ ਇਹ ਨਹੀਂ ਕਹੂੰਗਾ ਵੀ ਮੈਂ ਸਿਰਫ ਇਸੇ ਧੰਦੇ ਕਰਕੇ ਜੌਬ ਛੱਡੀ ਸੀ, ਤੇ ਇਹ ਕਹੂੰਗਾ ਵੀ ਮੈਂ ਬਿਜ਼ਨਸ ਕਰਨ ਵਾਸਤੇ ਜੌਬ ਛੱਡੀ ਸੀ, ਜਾਂ ਸੋਚ ਰਹੇ ਸੀ ਵੀ ਕੁਛ ਨਾ ਕੁਛ ਆਪਣਾ ਕਰੀਏ। ਬਿਲਕੁਲ ਆਪਣਾ ਕਰੀਏ, ਯਾਨੀ ਕਿ ਉਹ ਇੱਕ ਬਾਉਂਡੇਸ਼ਨ ਜਾਂ ਬਾਉਂਡੇਸ਼ਨ ਤਾਂ ਨਹੀਂ ਕਹਾਂਗੇ, ਹਰ ਲਾਈਫ ਦੀ ਆਪਦਾ ਇੱਕ ਸਵਾਦ ਵੀ ਹੁੰਦਾ ਹੈ ਤੇ ਆਪਦੀ ਉਹਦੀਆਂ ਨੈਗੇਟਿਵ ਪੁਆਇੰਟ ਵੀ ਹੁੰਦੇ ਨੇ। ਤੇ ਉਹ ਲਾਈਫ ਐਂ ਵੀ ਨਹੀਂ ਕਹਿ ਸਕਦੇ ਅਸੀਂ ਕਿ ਜਿਹੜੀ ਵਰਕਿੰਗ ਲਾਈਫ ਆ ਉਹ ਵਧੀਆ ਨਹੀਂ ਹੈਗੀ, ਬਹੁਤ ਵਧੀਆ ਵੀ ਹੈਗੀ। ਤੇ ਫਿਰ ਵੀ ਕਿਤੇ ਨਾ ਕਿਤੇ ਤੁਹਾਡੇ ਆਪਦੇ ਮਾਈਂਡਸੈਟ ਤੇ ਡਿਪੈਂਡ ਕਰਦਾ ਵੀ ਤੁਸੀਂ ਕਰਨਾ ਕੀ ਚਾਹ ਰਹੇ ਹੋ। ਕਈ ਵਾਰ ਬੰਦਾ ਜੌਬ ਨਹੀਂ ਕਰਨਾ ਚਾਹੁੰਦਾ, ਬਿਜ਼ਨਸ ਕਰਨਾ ਚਾਹੁੰਦਾ, ਤਾਂ ਉਸ ਹਿਸਾਬ ਨਾਲ ਬੰਦਾ ਚੇਂਜ ਕਰ ਲੈਂਦਾ ਲਾਈਨ। ਤੇ ਕਿੰਨੇ ਬੰਦੇ ਕੰਮ ਕਰਦੇ ਹੋ ਤੁਸੀਂ? ਆਪ ਕਿੰਨਾ ਸਮਾਂ ਦਿੰਦੇ ਹੋ? ਆਪ ਤਾਂ ਹੀ ਵੇਖੇ ਮੈਂਟਲੀ ਤਾਂ ਮੈਂ ਇਹ ਕਹੂੰਗਾ ਵੀ 24 ਘੰਟੇ ਦੀ ਹੀ ਪ੍ਰੈਜ਼ੈਂਸ ਹੈ, ਤੇ ਤੁਸੀਂ ਐ ਨਹੀਂ ਹੈਗਾ ਵੀ ਕੋਈ ਫੋਨ ਇਗਨੋਰ ਨਹੀਂ ਕਰ ਸਕਦੇ ਆਪਦੀ ਟੀਮ ਦਾ ਘੱਟੋ ਘੱਟ। ਤੇ ਵੈਸੇ ਫਿਜ਼ੀਕਲ ਪ੍ਰੈਜ਼ੈਂਸ ਹੈ ਜਿਹੜੀ ਮਿਲਕਿੰਗ ਟਾਈਮ ਦੀ ਉਹ ਜ਼ਰੂਰੀ ਹੈ ਫਾਰਮਰ ਦੀ ਹੋਣੀ। ਸਟਾਰਟਿੰਗ ਦੇ ਵਿੱਚ ਤਾਂ ਯਾਨੀ ਕਿ ਘੱਟੋ ਘੱਟ 10 12 15 ਘੰਟੇ, ਪਰ ਬਾਅਦ ਦੇ ਵਿੱਚ ਵੀ ਜਦੋਂ ਤੁਹਾਨੂੰ ਐਕਸਪੀਰੀਅੰਸ ਹੁੰਦਾ ਤੁਸੀਂ ਜਾਨਵਰਾਂ ਦੀ ਯਾਨੀ ਕਿ ਮੂਵਮੈਂਟ ਤੋਂ ਦੇਖ ਕੇ ਦੱਸ ਸਕਦੇ ਹੋ ਜੱਜਮੈਂਟ ਹੈਗੀ ਹੈ, ਤਾਂ ਫਿਰ ਮਿਲਕਿੰਗ ਟਾਈਮ ਫਿਰ ਵੀ ਘੱਟੋ ਘੱਟ ਤੁਹਾਡਾ ਪ੍ਰੈਜ਼ੈਂਸ ਹੋਣੀ ਜ਼ਰੂਰੀ ਹੈ ਫਾਰਮ ਤੇ। ਤੇ ਤੁਹਾਨੂੰ ਵੇਖ ਕੇ ਜਾਂ ਤੁਹਾਡੇ ਲਿੰਕ ਦੇ ਵਿੱਚ ਰਿਸ਼ਤੇਦਾਰ ਦੋਸਤ ਮਿੱਤਰ ਹੁੰਦੇ ਨੇ ਤੇ ਕੋਈ ਹੋਰ ਵੀ ਅੱਗੇ ਵਧਿਆ ਇਸ ਸਹਾਇਕ ਧੰਦੇ ਵਾਸਤੇ ਅੱਗੇ ਕੀਤਾ ਕਿਸੇ ਨੇ? ਦੇਖੋ ਜੀ, ਇਸ ਧੰਦੇ ਦੇ ਵਿੱਚ ਤਾਂ ਮੈਂ ਇਹ ਕਹੂੰਗਾ, ਹਾਲਾਂਕਿ ਹਰ ਧੰਦੇ ਦੇ ਵਿੱਚ ਜੋ ਲੋਕ ਧੰਦੇ ਦੇ ਵਿੱਚ ਆਉਂਦੇ ਨੇ ਨਾ, ਉਹ ਗ੍ਰਿਟ ਵਾਲੇ ਲੋਕ ਹੁੰਦੇ ਨੇ, ਯਾਨੀ ਕਿ ਇੱਕ ਡਿਟਰਮੀਨੇਸ਼ਨ ਇਰਾਦੇ ਵਾਲੇ ਲੋਕ ਹੁੰਦੇ ਨੇ, ਠੀਕ ਹੈ। ਅਦਰਵਾਈਜ਼ ਤਾਂ ਜੇ ਆਪਾਂ ਹੋਰ ਆਸੇ-ਪਾਸੇ ਦੀਆਂ ਗੱਲਾਂ ਸੁਣੀਏ ਤਾਂ ਖੇਤੀ ਤੋਂ ਬਿਨਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਸਾਡੇ ਮਤਲਬ ਕਿ ਮਾਹੌਲ ਦੇ ਵਿੱਚ ਪਿੰਡਾਂ ਦੇ ਵਿੱਚੋਂ ਉੱਠ ਕੇ ਕੋਈ ਨਵਾਂ ਧੰਦਾ ਕਰਨ ਦੀ ਕਿਉਂ ਨਹੀਂ ਸੋਚਦਾ, ਕਿਉਂਕਿ ਉਹ ਆਲੇ ਦੁਆਲੇ ਦੀਆਂ ਗੱਲਾਂ ਬਹੁਤ ਨੇ ਵੀ ਜੀ ਇਹ ਤਾਂ ਐ ਨਹੀਂ ਹੁੰਦਾ, ਇਹ ਕੰਮ ਯਾਨੀ ਕਿ ਹੋਰ ਕੰਮਾਂ ਦੀ ਵੀ ਗੱਲ ਕਰ ਰਿਹਾ ਮੈਂ, ਤੁਸੀਂ ਇਕੱਲਾ ਡੈਰੀ ਦੀ ਗੱਲ ਨਾ ਕਰੋ, ਹੋਰ ਵੀ ਪਿੰਡਾਂ 'ਚੋਂ ਮੁੰਡੇ ਉੱਠ ਕੇ ਕਿੰਨੇ ਕੁ ਕੋਈ ਅਲੱਗ ਤੋਂ ਕੰਮ ਕਰਦੇ ਨੇ, ਖੇਤੀ ਜਾਂ ਖੇਤੀ ਦੇ ਵਿੱਚ ਹੀ ਪੈਂਦੇ ਨੇ ਜਾਂ ਫਿਰ ਨੌਕਰੀ ਹੈ। ਪਰ ਬਿਜ਼ਨਸ ਲਾਈਨ ਦੇ ਵਿੱਚ ਜਿਹੜਾ ਉਹਨਾਂ ਦਾ ਆਪਦਾ ਮਾਈਂਡਸੈਟ ਹੈ ਉਹ ਬਹੁਤ ਕਲੀਅਰ ਹੋਣਾ ਜ਼ਰੂਰੀ ਹੈ। ਉਹ ਤੁਸੀਂ ਲੋਕਾਂ ਦੇ ਹਿਸਾਬ ਨਾਲ ਨਾ ਤਾਂ ਲੋਕਾਂ ਦੀਆਂ ਸਲਾਹਾਂ ਨਾਲ ਚੱਲਣੀ ਹੈ ਤੇ ਨਾ ਹੀ ਲੋਕਾਂ ਦੇ ਹਿਸਾਬ ਨਾਲ, ਤਾਂ ਫਿਰ ਮਤਲਬ ਕਿ ਉਹ ਕਿਸੇ ਦੇ ਮੋਢਿਆਂ ਤੇ ਤਾਂ ਚੱਲਦੀ ਨਹੀਂ ਕਦੇ। ਮਤਲਬ ਕੋਈ ਸਲਾਹ ਦੇਊਗਾ ਤੁਸੀਂ ਕੰਮ ਕਰੋਗੇ, ਇਵੇਂ ਨਹੀਂ ਚੱਲਦਾ। ਤੁਹਾਨੂੰ ਆਪ ਨੂੰ ਹੀ ਤੁਹਾਡੇ ਇਰਾਦੇ ਮਜ਼ਬੂਤ ਹੋਣੇ ਜ਼ਰੂਰੀ ਨੇ, ਤੁਹਾਡਾ ਵਿਜ਼ਨ ਹੈ ਜਿਹੜਾ ਤੁਹਾਨੂੰ ਕਲੀਅਰ ਹੋਣਾ ਜ਼ਰੂਰੀ ਹੈ। ਬਿਲਕੁਲ ਜੀ, ਬਿਲਕੁਲ। ਜਿਵੇਂ ਮੈਂ ਗੱਲ ਐਡ ਕਰ ਰਿਹਾ ਤੇ ਪਹਿਲੇ ਸਾਲਾਂ 'ਚ ਅਸੀਂ 2012-13 ਦੀ ਗੱਲ ਹੈ, ਉਸ ਟਾਈਮ 48 ਲੀਟਰ ਦਾ ਲਗਭਗ ਰਿਕਾਰਡ ਸੀਗਾ ਮਿਲਕਿੰਗ ਦਾ, ਤੇ ਸਾਡੇ ਕੋਲ ਗਾਵਾਂ ਜਿਹੜੀਆਂ 9 ਮੈਂ ਕਿਹਾ ਵੀ ਲਈਆਂ ਸੀ, ਉਹਨਾਂ ਦੀ ਐਵਰੇਜ ਆਈਡੀਅਲ ਹੈਗੀ ਸੀਗੀ 18-20 ਲੀਟਰ। ਤੇ ਉਸ ਟਾਈਮ ਸਾਡੇ ਵਾਸਤੇ ਇਹ ਸੁਪਨਾ ਸੀਗਾ, ਮੈਂ ਲਿਟਰੇਚਰ ਪੜ੍ਹਿਆ ਵੀ 48 ਲੀਟਰ, ਮੈਂ ਕਿਹਾ ਇਹ ਬਹੁਤ ਮੁਸ਼ਕਿਲ ਕੰਮ ਹੈ, ਇਹ ਤਾਂ ਨਹੀਂ ਆਪਾਂ ਕਰ ਸਕਦੇ। ਯਾਨੀ ਕਿ ਲੱਗਿਆ ਅਸਲੀਅਤ ਦੇ ਵਿੱਚ, ਪਰ ਦਿਲ ਨੂੰ ਲੱਗਿਆ ਵੀ ਐਵੇਂ ਕਰਨੀ ਚਾਹੀਦੀ, ਮਤਲਬ ਕਿ ਇਹ ਕਰਕੇ ਹੀ ਬਣੂਗਾ ਕੁਝ, ਕਿਉਂਕਿ ਫਾਈਨਲ 'ਚ ਜਾਣ ਵਾਲੀਆਂ ਟੀਮਾਂ ਨੂੰ ਹੀ ਕਮਾਈ ਮਿਲਦੀ ਹੈ। ਹੁਣ ਜਿਹੜੀਆਂ ਪਹਿਲੇ ਰਾਊਂਡ ਖੇਡ ਕੇ ਬਾਹਰ ਹੁੰਦੀਆਂ ਨੇ ਉਹਨਾਂ ਦਾ ਤਾਂ ਫਿਰ ਉਹ ਹੱਡ ਤੜਾਈ ਹੈ, ਉਹ ਤਾਂ ਫਿਰ ਸ਼ਾਇਦ ਜੇ ਨਾ ਤੜਾਉਣ ਤਾਂ ਬਿਹਤਰ ਹੈ, ਜੇ ਫਿਰ ਅੱਗੇ ਜਾਣ ਵਾਸਤੇ ਤੜਾਉਣੇ ਪੈਣੇ ਆ ਜੀ। ਤੇ ਉਹ ਚੀਜ਼ਾਂ ਅਸੀਂ ਟਾਰਗੇਟ ਲਗਭਗ 4-5 ਸਾਲਾਂ ਦੇ ਵਿੱਚ ਹੀ, ਹਾਲਾਂਕਿ ਪਹਿਲਾ ਟਾਰਗੇਟ ਸਾਡਾ 40 ਲੀਟਰ ਦਾ ਸੀ ਵੀ ਅਸੀਂ 40 ਲੀਟਰ ਵਾਲੀਆਂ ਗਾਵਾਂ ਰੱਖਣੀਆਂ ਨੇ, ਪਰ ਉਹ 40 ਤੋਂ ਬਾਅਦ ਲੱਗਿਆ ਵੀ ਤਾਂ ਅੱਗੇ ਦਾ ਰਾਹ ਬਹੁਤ ਯਾਨੀ ਕਿ ਸੌਖਾ ਵੀ ਲੱਗਣ ਲੱਗ ਗਿਆ, ਤੇ ਜਾਂ ਜਿਵੇਂ ਮਰਜ਼ੀ ਕਹਿ ਲਓ, ਯਾਨੀ ਕਿ ਪਤਾ ਲੱਗ ਜਾਂਦਾ ਬੰਦੇ ਨੂੰ ਵੀ ਕਰਨਾ ਕੀ ਹੈ, ਗਾਂ ਨੂੰ ਕੀ ਚਾਹੀਦਾ ਤੇ ਆਪਾਂ ਨੂੰ ਦੁੱਧ ਚਾਹੀਦਾ। ਗਾਂ ਨੂੰ ਦੇਖਣਾ ਪੈਂਦਾ ਪਹਿਲਾਂ ਵੀ ਉਹਨੂੰ ਕੀ ਚਾਹੀਦਾ। ਤੇ ਇਹਦੇ ਵਾਸਤੇ ਵੀ ਤੁਸੀਂ ਕੋਈ ਸਪੈਸ਼ਲ ਟ੍ਰੇਨਿੰਗ ਵਗੈਰਾ ਲਈ, ਜਿਵੇਂ ਤੁਸੀਂ ਦੱਸਿਆ ਵੀ ਲਿਟਰੇਚਰ ਪੜ੍ਹਿਆ, ਉਹ ਤਾਂ ਪੜ੍ਹਿਆ ਹੀ ਹੈ, ਕੋਈ ਸਪੈਸ਼ਲ ਕਿਸੇ ਸੰਸਥਾ ਦੇ ਵਿੱਚ ਜਾ ਕੇ ਵੀ ਇਹਦੀ ਤਿਆਰੀ ਕੀਤੀ ਹੈ? ਬਿਲਕੁਲ ਜੀ, ਪੰਜਾਬ ਸਰਕਾਰ ਦੇ ਹੀ ਯਾਨੀ ਕਿ ਟ੍ਰੇਨਿੰਗ ਮੁਹੱਈਆ ਕਰਵਾਈ ਜਾਂਦੇ ਨੇ, 15 ਦਿਨਾਂ ਦੇ ਕੈਂਪ ਹੁੰਦੇ ਨੇ, 3 ਮਹੀਨਿਆਂ ਦੇ ਵੀ ਹੁੰਦੇ ਨੇ। ਤੇ ਟ੍ਰੇਨਿੰਗ ਹੈ ਜਿਹੜੀ ਇਹ ਧੰਦੇ ਦੀ ਹੈ, ਉਹ ਤੁਹਾਨੂੰ ਹਰ ਜਗ੍ਹਾ ਤੋਂ ਮਿਲਣੀ ਹੈ, ਕੋਈ ਇੱਕ ਬੰਦੇ ਨੇ ਟ੍ਰੇਨਿੰਗ ਤੁਹਾਨੂੰ ਨਹੀਂ ਦੇਣੀ। ਇੱਕ ਬੜਾ ਹੀ ਵਾਸਟ ਪੁਆਇੰਟ ਹੈਗਾ, ਮੈਂ ਉੱਥੋਂ ਵੀ ਸਿੱਖ ਸਕਦਾ ਕੁਛ ਨਾ ਕੁਛ, ਹਰ ਜਗ੍ਹਾ ਤੋਂ ਬੰਦਾ ਸਿੱਖਦਾ, ਹਰ ਜਗ੍ਹਾ ਤੋਂ ਸਿੱਖਦਾ ਹੈਗਾ, ਯਾਨੀ ਕਿ ਬਾਕੀ ਜਿੰਨਾ ਸਿੱਖੋਗੇ ਤੁਸੀਂ ਉਨਾ ਹੀ ਯਾਨੀ ਕਿ ਇਹਦੇ ਵਿੱਚ ਅਪਲਾਈ ਕਰੋਗੇ, ਉਨਾ ਹੀ ਤੁਹਾਡੇ ਵਾਸਤੇ ਪ੍ਰੋਫਿਟੇਬਲ ਹੋ। ਪਹਿਲਾਂ ਸਿੱਖਣਾ ਵੀ ਜ਼ਰੂਰੀ ਹੈ, ਤੇ ਜਿਵੇਂ ਜਿਵੇਂ ਬੰਦਾ ਕਦਮ ਚੱਲਦਾ ਤਾਂ ਉਹ ਸਿੱਖਦਾ ਹੀ ਰਹਿੰਦਾ। ਹਾਂ, ਫਿਰ ਟਾਈਮ ਸਿੱਖ ਹੀ ਜਾਂਦਾ ਹੌਲੀ ਹੌਲੀ। ਹਾਂਜੀ ਹਾਂਜੀ। ਇਸ ਤੋਂ ਇਲਾਵਾ PDF ਜਿਹੜੀ ਆਰਗੇਨਾਈਜੇਸ਼ਨ ਹੈ, ਪੰਜਾਬ ਪ੍ਰੋਗਰੈਸਿਵ ਡੇਅਰੀ ਫਾਰਮ ਆਰਗੇਨਾਈਜੇਸ਼ਨ, ਇਹ ਸਮੇਂ-ਸਮੇਂ ਤੇ ਸੈਮੀਨਾਰ ਕਰਵਾਉਂਦੀ ਹੈ। ਵੈਸੇ ਹਰ ਮਹੀਨੇ ਇਹਨਾਂ ਦਾ ਫਿਕਸ ਹੈ ਸੈਮੀਨਾਰ, ਫਸਟ ਜਿਹੜਾ ਥਰਸਡੇ ਨੂੰ ਹੁੰਦਾ ਹੈਗਾ।
ਤੇ ਉੱਥੇ ਬਹੁਤ ਕੁਝ ਸਿੱਖਣ ਨੂੰ ਮਿਲਦਾ। ਬਾਹਰੋਂ ਵੀ ਅਰੇਂਜ ਕਰਦੇ ਨੇ ਡਾਕਟਰ, ਬਾਹਰੋਂ ਵੀ ਆਉਂਦੇ ਨੇ। ਹਰ ਵਿਸ਼ੇ ਤੇ ਜਿਹੜੇ ਮਾਹਿਰ ਨੇ ਉਹਨਾਂ ਦੇ ਲੈਕਚਰ ਫਾਰਮਰਾਂ ਵਾਸਤੇ ਉਪਲਬਧ ਕਰਵਾਏ ਜਾਂਦੇ ਨੇ ਜੀ। ਹਾਂਜੀ, ਤੇ ਤੁਹਾਨੂੰ ਕੋਈ ਅਵਾਰਡ ਵਗੈਰਾ ਵੀ ਮਿਲੇ ਜੀ? ਅਵਾਰਡ ਜੀ ਵੈਸੇ 2015 ਤੋਂ ਪਹਿਲਾਂ ਪੰਜਾਬ ਸਰਕਾਰ ਦੇ ਹੈਗੇ ਸੀਗੇ ਕੰਪੀਟੀਸ਼ਨ, ਇਹ ਅਰੇਂਜ ਕਰਦੇ ਸੀਗੇ ਡਿਸਟ੍ਰਿਕਟ ਲੈਵਲ ਦੇ, ਤੇ ਉਦੋਂ ਬਾਅਦ ਇਹ ਤਾਂ ਬੰਦ ਹੋ ਗਏ। ਪਰ ਪੀਡੀਐਫਏ ਦਾ ਜਿਹੜਾ ਅਸੀਂ ਪਿਛਲੇ ਸਾਲ ਵੀ ਪਾਰਟਿਸਿਪੇਟ ਕੀਤਾ ਹੈਗਾ, 5th ਪੋਜੀਸ਼ਨ ਤੇ ਸਾਡੀ ਗਾਂ ਆਈ ਸੀਗੀ। ਬਿਲਕੁਲ ਅਵਾਰਡ ਵੀ ਮਿਲਦਾ ਤੇ ਉਹਦੇ ਵਿੱਚ ਤੁਹਾਨੂੰ ਪ੍ਰਾਈਜ਼ ਵੀ ਮਿਲਦਾ ਹੈਗਾ। ਜਿਵੇਂ ਇਸ ਸਾਲ ਸਾਡੀ 2nd ਆਈ ਹੈ ਤਾਂ ਉਹਦਾ 2nd ਪ੍ਰਾਈਜ਼ ਸੀਗਾ 51,000 ਹੈਗਾ ਸੀਗਾ ਜੀ। ਤੇ ਬਾਕੀ ਮੋਮੈਂਟੋ ਵਗੈਰਾ ਚੋਂ ਵੀ। ਅੱਛਾ ਬਾਈ ਜੀ, ਆਪਣੇ ਨਾ ਜੇ ਦੇਖਿਆ ਜਾਵੇ ਸਮਾਜ ਦੇ ਵਿੱਚ ਸਾਡੇ ਲੋਕ ਨੇ ਜਿਹੜੇ ਜਾਂ ਤਾਂ ਮੱਝਾਂ ਦੇ ਦੁੱਧ ਨੂੰ ਤੇ ਜਾਂ ਫਿਰ ਦੇਸੀ ਗਾਂ, ਉਹਨਾਂ ਨੂੰ ਜ਼ਿਆਦਾ ਲਾਈਕ ਕਰਦੇ ਨੇ, ਤੇ ਫਿਰ ਤੁਸੀਂ ਉਹ ਫਾਰਮ ਜਿਹੜਾ ਦੇਸੀ ਦਾ ਕਿਉਂ ਨਹੀਂ ਕੀਤਾ? ਜਿਹੜੀਆਂ ਅਮਰੀਕਨ ਗਾਵਾਂ ਨੇ ਇਹ ਕਿਉਂ ਰੱਖੀਆਂ ਨੇ? ਕੀ ਫਰਕ ਇਹਨਾਂ ਦਾ? ਇਹਦੇ ਵਿੱਚ ਵੀਰ ਜੀ ਮੈਂ ਇਸ ਸਵਾਲ ਦਾ ਜਵਾਬ ਵੈਸੇ ਬਾਅਦ ਚ ਦੇਣਾ। ਉਸ ਤੋਂ ਪਹਿਲਾਂ ਮੈਂ ਇਹ ਪੁੱਛਣਾ ਵੀ ਜਿਹੜੀ ਆਪਣੀ ਫਸਲ ਹੈ ਇਸ ਟਾਈਮ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਪੈਸਟੀਸਾਈਡਸ ਕਰਕੇ ਨਕਾਰ ਦਿੱਤੀ ਜਾਂਦੀ ਹੈ। ਉਹਦਾ ਯਾਨੀ ਕਿ ਐਕਸਪੋਰਟ ਨਹੀਂ ਉੱਥੇ ਪੋਸੀਬਲ ਜਲਦੀ ਨਹੀਂ ਹੁੰਦਾ। ਯਾਨੀ ਕਿ ਆਪਣੇ ਤੋਂ ਪਹਿਲਾਂ ਹੋਰ ਲੋਕਾਂ ਨੂੰ ਆਪਸ਼ਨ ਲੈਂਦੇ ਨੇ ਵੀ ਅਸੀਂ ਤਾਂ ਫਲਾਣੇ ਤੋਂ ਲਵਾਂਗੇ, ਸੋਡੇ ਤੋਂ ਬਾਅਦ ਚ ਲਾਵਾਂਗੇ। ਉਹਦਾ ਉਦੋਂ ਲੈਂਦੇ ਨੇ ਜਦੋਂ ਯਾਨੀ ਕਿ ਵੀ ਚਲ ਠੀਕ ਨਹੀਂ, ਘਾਟ ਹੈ ਖਾਣ ਦੀ, ਤਾਂ ਲੈਂਦੇ ਨੇ। ਤੇ ਉਹਨਾਂ ਚੀਜ਼ਾਂ ਤੇ ਵੀ ਆਪਾਂ ਨੂੰ ਕੰਮ ਕਰਨਾ ਚਾਹੀਦਾ ਹੈਗਾ। ਯਾਨੀ ਕਿ ਕਾਫੀ ਚੀਜ਼ਾਂ ਨੇ ਜਿਹੜੀਆਂ ਕਿ এনवायरमेंटਲ ਪ੍ਰੋਬਲਮ ਕ੍ਰੀਏਟ ਹੋ ਰੱਖੀਆਂ ਨੇ। ਯਾਨੀ ਕਿ ਆਪਾਂ ਫਸਲ ਹੈ ਜਿਹੜੀ ਹੁਣ ਉਹ ਪੈਸਟੀਸਾਈਡਸ ਨਾਲ ਹੀ ਜ਼ਿਆਦਾ ਕਰ ਦਿਆਂਗੇ। ਤੇ ਇਸ ਟਾਈਮ ਜਿਹੜਾ ਚੈਲੰਜ ਹੈ ਸਾਡਾ, ਉਹ ਸਭ ਤੋਂ ਪਹਿਲਾਂ ਇਹ ਨਹੀਂ ਹੈਗਾ ਵੀ ਅਸੀਂ ਦੁੱਧ ਕਿਸ ਜਾਨਵਰ ਦਾ ਪੀ ਰਹੇ ਹਾਂ, ਗਾਂ ਦਾ ਜਾਂ ਬੱਕਰੀ ਦਾ ਜਾਂ ਮੱਝ ਦਾ। ਸਭ ਤੋਂ ਪਹਿਲਾ ਚੈਲੰਜ ਸਾਡਾ ਇਸ ਦੇਸ਼ ਦੇ ਵਿੱਚ ਰਹਿੰਦੇ ਹੋਏ ਇਹ ਹੈ ਵੀ ਕਿਤੇ ਅਸੀਂ ਦੁੱਧ ਡੁਪਲੀਕੇਟ ਤਾਂ ਨਹੀਂ ਪੀ ਰਹੇ, ਕਿਤੇ ਜਿਹੜੇ ਉਸ ਤੋਂ ਪ੍ਰੋਡਕਟ ਬਣੇ ਹੋਏ ਨੇ ਉਹ ਕਿਤੇ ਜਿਹੜੇ ਯੂਰੀਆ ਸਰਫ ਆਪਾਂ ਵੀਡੀਓਜ਼ ਦੇ ਵਿੱਚ ਦੇਖਦੇ ਹਾਂ ਵੀ ਕਿਸ ਤਰ੍ਹਾਂ ਉਹ ਯੂਰੀਆ ਸਰਫ ਘੋਲ ਕੇ ਦੁੱਧ ਬਣਾ ਦਿੰਦੇ ਨੇ, ਵੀ ਕਿਤੇ ਉਹਨਾਂ ਪ੍ਰੋਡਕਟਾਂ ਤੋਂ ਤਿਆਰ ਆਪਾਂ ਉਹ ਦੁੱਧ ਤੋਂ ਤਿਆਰ ਤਾਂ ਨਹੀਂ ਆਪਾਂ ਵਸਤਾਂ ਖਾ ਰਹੇ। ਸਭ ਤੋਂ ਪਹਿਲਾ ਚੈਲੰਜ ਆਪਣਾ ਉਹ ਹੈ। ਤੇ ਜੇ ਆਪਾਂ ਹੁਣ ਕੁਆਂਟੀਟੀ ਦੀ ਗੱਲ ਕਰੀਏ, ਇਹ ਗਾਵਾਂ 40-50 ਲੀਟਰ ਦੁੱਧ ਦਿੰਦੀਆਂ ਨੇ। ਉਸ ਟਾਈਮ ਆਪਣੇ ਲਵੇ ਸਿਰਫ 30% ਜਿਹੜਾ ਦੁੱਧ ਹੈਗਾ ਉਹ ਅਸਲੀ ਹੈਗਾ। ਜੇ ਇਹ ਗਾਵਾਂ ਦੀ ਬਜਾਏ ਆਪਾਂ ਦੇਸੀ ਗਾਵਾਂ ਰੱਖੀਏ ਜਿਹੜੀਆਂ ਕਿ 10-12-15 ਲੀਟਰ ਜਿਨ੍ਹਾਂ ਦੀ ਮੈਕਸਿਮਮ ਕਪੈਸਿਟੀ ਹੈਗੀ ਤੇ ਜਿਨ੍ਹਾਂ ਦਾ ਰੱਖ ਰਖਾਵ ਵੀ ਕਾਫੀ ਔਖਾ ਹੈਗਾ, ਤੇ ਉੱਥੇ ਤਾਂ ਫਿਰ ਜਿਹੜੀ ਇਹ ਰੇਸ਼ੋ ਹੈ ਡੁਪਲੀਕੇਸੀ ਵਾਲੀ 70 ਤੋਂ ਇਹ 80-90 ਤੇ ਪਹੁੰਚ ਜਾਣੀ ਹੈ। ਯਾਨੀ ਕਿ ਪਹਿਲਾ ਜਿਹੜਾ ਫੋਕਸ ਹੈ ਸਾਡਾ ਇਹ ਨਹੀਂ ਹੋਣਾ ਚਾਹੀਦਾ ਵੀ ਅਸੀਂ ਕਿਸ ਗਾਂ ਦਾ ਦੁੱਧ ਪੀ ਰਹੇ ਹਾਂ। ਹਾਲਾਂਕਿ ਇਹਦੇ ਵਿੱਚ ਵੀ ਸੁਧਾਰ ਕੀਤਾ ਗਿਆ। ਜਿਹੜਾ ਦੇਸੀ ਗਾਂ ਦਾ ਦੁੱਧ ਆ ਉਹ A2 ਹੁੰਦਾ ਹੈਗਾ, ਤੇ ਜਿਹੜਾ HF ਦੇ ਵਿੱਚ ਵੀ ਹੁਣ ਜਿਹੜਾ ਸੀਮਨ ਆ ਉਹ ਜ਼ਿਆਦਾਤਰ A2 ਹੀ ਇੰਪੋਰਟ ਹੋ ਰਿਹਾ ਹੈ। ਪਰ ਉਸ ਤੋਂ ਪਹਿਲਾਂ ਸਿਰਫ ਆਪਾਂ ਇਹ ਦੇਖੀਏ ਵੀ ਕਿਤੇ ਆਪਾਂ ਨਕਲੀ ਦੁੱਧ ਤਾਂ ਨਹੀਂ ਪੀ ਰਹੇ ਹੈਗੇ। ਤੇ ਉਹਦੇ ਵਿੱਚ ਬਹੁਤ ਵੱਡਾ ਕੰਟਰੀਬਿਊਸ਼ਨ ਹੈ HF ਗਾਵਾਂ ਦਾ ਆਪਣੇ ਜਿਹੜਾ ਦੁੱਧ ਦੀ ਕੁਆਲਿਟੀ ਨੂੰ ਮੇਨਟੇਨ ਰੱਖਣ ਵਾਸਤੇ, ਕਿਉਂਕਿ ਇੰਨਾ ਦੁੱਧ ਦੇ ਕੇ ਇੰਨੀ ਜਨਤਾ ਨੂੰ ਦੁੱਧ ਜਿਹੜਾ ਪਿਆਉਣਾ ਉਹ ਮੈਨੂੰ ਲੱਗਦਾ ਵੀ ਸ਼ਾਇਦ ਇਹਨਾਂ ਦੇ ਹੀ ਵਸਦਾ ਹੈਗਾ। ਉਹ ਹੁਣ ਦੂਸਰੀ ਬਰੀਡਾਂ ਦੇ ਵਸਦਾ ਹੈ ਨਹੀਂਗਾ ਜਾਂ ਮੱਝਾਂ ਦੇ ਵਸਦਾ ਨਹੀਂ ਹੈਗਾ। ਤੁਹਾਡੇ ਕਹਿਣ ਦਾ ਮਤਲਬ ਆਪਾਂ ਨਕਲੀ ਦੁੱਧ ਤੋਂ ਬਚਦੇ ਹਾਂ ਇਹਦੇ ਨਾਲ? ਬਿਲਕੁਲ, ਹਾਂ ਬਿਲਕੁਲ। ਨਕਲੀ ਦੁੱਧ ਤੋਂ ਨਹੀਂ, ਐਵੇਂ ਵੀ ਨਹੀਂ ਕਹਿ ਸਕਦੇ ਆਪਾਂ ਕਿ ਸਿਰਫ ਨਕਲੀ ਦੁੱਧ ਤੋਂ ਹੀ ਬਚਦੇ ਹਾਂ ਜਾਂ ਇਹ ਦੁੱਧ ਦੀ ਕੁਆਲਿਟੀ ਵਧੀਆ ਨਹੀਂ। ਬਿਲਕੁਲ ਵਾਕਈ ਜੇ ਆਪਾਂ SNF ਤੇ ਦੁੱਧ ਦੇਖੋ ਪ੍ਰੋਟੀਨ ਦਾ ਸੋਰਸ ਹੈਗਾ, ਠੀਕ ਹੈ। ਹਾਲਾਂਕਿ ਹੋਰ ਦੇਸ਼ਾਂ ਦੇ ਵਿੱਚ, ਯੂਰਪੀਅਨ ਦੇਸ਼ਾਂ ਦੇ ਵਿੱਚ ਤਾਂ ਦੁੱਧ ਦੀ ਜਿਹੜੀ ਮੈਜ਼ਰਮੈਂਟ ਆ ਉਹ ਸਿਰਫ ਪ੍ਰੋਟੀਨ ਤੋਂ ਹੁੰਦੀ ਹੈ, ਫੈਟ ਤੋਂ ਨਹੀਂ ਹੁੰਦੀ। ਇਹ ਸਿਰਫ ਆਪਣੇ ਦੇਸ਼ ਯਾਨੀ ਕਿ ਕੁਝ ਕੁ ਦੇਸ਼ਾਂ ਦੇ ਵਿੱਚ ਜਿਹੜਾ ਅੰਡਰ ਡਿਵੈਲਪ ਕਹੀਏ ਦੁੱਧ ਦੇ ਮਾਮਲੇ ਦੇ ਵਿੱਚ, ਉਹਨਾਂ ਦੇਸ਼ਾਂ ਦੇ ਵਿੱਚ ਫੈਟ ਦੇ ਹਿਸਾਬ ਨਾਲ ਮੈਜ਼ਰਮੈਂਟ ਹੁੰਦੀ ਹੈਗੀ। ਉਹ ਤਾਂ ਪ੍ਰੋਟੀਨ ਦੇਖਦੇ ਨੇ ਵੀ ਕਿੰਨੇ % ਪ੍ਰੋਟੀਨ ਹੈ ਇਹਦੇ ਵਿੱਚ। ਪ੍ਰੋਟੀਨ ਦਾ ਸੋਰਸ ਹੈ ਤਾਂ ਪ੍ਰੋਟੀਨ ਬਿਲਕੁਲ ਇਹਨਾਂ ਦੇ ਦੁੱਧ ਦੇ ਵਿੱਚ ਉਹ ਕੁਆਂਟੀਟੀ ਦੇ ਜੇ ਆਪਾਂ ਹਿਸਾਬ ਨਾਲ ਦੇਖੀਏ ਤਾਂ ਵੱਧ ਹੀ ਹੋਊਗੀ। ਹਾਲਾਂਕਿ ਟੋਟਲ ਦੁੱਧ ਆ ਯਾਨੀ ਕਿ ਜਦੋਂ ਗਾਂ ਨੇ 40 ਲੀਟਰ ਦੁੱਧ ਦਿੱਤਾ, ਮੱਝ ਨੇ 10-12 ਦਿੱਤਾ, ਉਸ ਦਾ ਪ੍ਰੋਟੀਨ ਉਸ ਨੇ ਜੇ 300+ ਦਿੱਤਾ ਹੈਗਾ ਤੇ ਉਹਨੇ 40 ਲੀਟਰ ਦੇ ਵਿੱਚ 280 ਦਿੱਤਾ, ਤਾਂ ਉਹ ਕਿਤੇ ਨਾ ਕਿਤੇ ਤਾਂ ਬਹੁਤ ਜ਼ਿਆਦਾ ਦੇ ਰਹੀ ਆਪਾਂ। ਬਿਲਕੁਲ ਜੀ, ਬਿਲਕੁਲ। ਤੇ ਬੜਾ ਵਧੀਆ ਲੱਗਿਆ ਬਾਈ ਜੀ, ਕਿਉਂਕਿ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਸਾਡੇ ਯੂਥ ਨੂੰ, ਸਾਡੇ ਸਮਾਜ ਨੂੰ, ਸਾਡੇ ਕਿਸਾਨ ਭਰਾਵਾਂ ਨੂੰ ਆਪਾਂ ਕੁਝ ਇਦਾਂ ਦੇ ਹੁੰਦੇ ਨੇ ਕਰਨਾ ਚਾਹੁੰਦੇ ਨੇ ਪਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਸਾਨੂੰ ਮੋਟੀਵੇਟ ਕਰਨ ਵਾਲੀਆਂ ਚੀਜ਼ਾਂ ਨੇ ਲੋਕਾਂ ਦੇ ਵਿੱਚ ਲੈ ਕੇ ਆਈਏ। ਤੁਹਾਡਾ ਧੰਨਵਾਦ ਤੇ ਤੁਸੀਂ ਸਾਨੂੰ ਸਮਾਂ ਦਿੱਤਾ ਤੇ ਇਸ ਕਿੱਤੇ ਦੇ ਨਾਲ ਜੁੜੀ ਹੋਈ ਕੋਈ ਹੋਰ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਉਹ ਜ਼ਰੂਰ। ਹਾਂਜੀ, ਅਖੀਰ ਦੇ ਵਿੱਚ ਤਾਂ ਇਹੀ ਹੈ ਵੀ ਜਿਹੜਾ ਨੌਜਵਾਨ ਵਰਗ ਬਜਾਏ ਹੋਰ ਆਪਸ਼ਨ ਟੋਲਣ ਦੇ ਜਿਹੜਾ ਕਿ ਖੇਤੀ ਨਾਲ ਸੰਬੰਧਿਤ ਆਪਾਂ ਉਹਨਾਂ ਵਾਸਤੇ ਇਹ ਧੰਦਾ ਬਿਲਕੁਲ ਇੱਕ ਫਾਇਦੇਮੰਦ ਵੀ ਹੈ ਤੇ ਆਪਸ਼ਨ ਹੈ, ਕਮਾਈ ਦਾ ਜ਼ਰੀਆ ਹੈਗਾ।
ਤੇ ਉਹਦੇ ਵਾਸਤੇ ਉਹਨਾਂ ਨੂੰ ਆਪ ਹੀ ਤਿਆਰ ਹੋਣਾ ਪੈਣਾ ਹੈ। ਜੇ ਆਪਾਂ ਇਹਦੇ ਵਿੱਚ ਜਿਵੇਂ ਆਪਾਂ ਪਿੰਡਾਂ 'ਚ ਕਹਦੇ ਵੀ ਲੋਕਾਂ ਦੀ ਇਹ ਜਾਂ ਉਹ ਸੁਣਨੀ ਹੈ, ਫਿਰ ਉਹਨਾਂ ਨੇ ਜਿਹੜਾ ਆਪਦਾ ਇੱਕ ਡਿਸਾਈਡ ਕੀਤਾ ਜੰਪ ਹੈ ਉਹ ਨਹੀਂ ਮਾਰ ਸਕਦੇ। ਉਹਨਾਂ ਨੂੰ ਆਪਦੀ ਸਹੀ ਕੈਲਕੂਲੇਸ਼ਨ ਬੈਠ ਕੇ ਜਿਵੇਂ ਫਾਰਮਾਂ ਤੇ ਵਿਜ਼ਿਟ ਕਰਨ, ਦੇਖਣ ਵੀ ਇਹਦੇ ਵਿੱਚ ਕਿੰਨਾ ਕੋਈ ਇਨਵੈਸਟਮੈਂਟ ਹੈ, ਕਿੰਨਾ ਕੁ ਉਹਦਾ ਰਿਟਰਨ ਹੈ, ਕਿੰਨਾ ਪ੍ਰੋਫਿਟ ਹੈ, ਕਿਸ ਤਰ੍ਹਾਂ ਉਹ ਆਪਦੇ ਆਪ ਨੂੰ ਅਗਲੇ 5-7 ਸਾਲਾਂ 'ਚ ਦੇਖਦੇ ਨੇ। ਕਿਉਂਕਿ ਕੋਈ ਵੀ ਕਿਤੇ ਵੀ ਜੇ ਆਪਾਂ ਹੁਣ ਜ਼ਿਆਦਾਤਰ ਜਨਰੇਸ਼ਨ ਜਿਵੇਂ ਬਾਹਰ ਜਾ ਰਹੀ ਹੈ ਤਾਂ ਉੱਥੇ ਵੀ ਆਪਸ਼ਨ ਸਾਰਾ 5-7-10 ਸਾਲਾਂ ਦਾ ਹੈਗਾ ਹੀ ਹੈਗਾ। ਕੋਈ ਐਵੇਂ ਨਹੀਂ ਹੈਗਾ ਵੀ 1-2 ਸਾਲਾਂ 'ਚ ਹੀ ਬੈਗ ਭਰ ਕੇ ਲੈ ਆਉਂਦਾ ਹੈਗਾ। ਤੇ ਉਹ ਸਾਰੀਆਂ ਚੀਜ਼ਾਂ ਉਹ ਕੈਲਕੂਲੇਸ਼ਨ ਦੇ ਹਿਸਾਬ ਨਾਲ ਦੇਖਣ, ਜੇ ਉਹਨਾਂ ਦਾ ਦਿਮਾਗ ਕਹਿੰਦਾ ਹੈਗਾ ਤਾਂ ਉਹ ਕਰਨ। ਬਿਲਕੁਲ ਬਿਲਕੁਲ ਜੀ। ਤੇ ਬਾਕੀ ਇਹੀ ਹੈ, ਜੇ ਆਪਦਾ ਹੀ ਦਿਮਾਗ ਜਿਸ ਦਾ ਜਿਵੇਂ ਕਹਿੰਦਾ ਘੱਟੋ ਘੱਟ ਕਰਨਾ ਤਾਂ ਉਹੀ ਚਾਹੀਦਾ ਬੰਦੇ ਨੂੰ। ਹੁਣ ਆਪਾਂ ਬਾਹਰਲਿਆਂ ਦੇ ਹਿਸਾਬ ਨਾਲ ਲਾਈਏ ਵੀ ਤੁਸੀਂ ਉਹਨਾਂ ਦੇ ਬਰਾਬਰ ਭਿੜਦੇ ਹੋ? ਦੇਖੋ ਜੀ, ਮੈਂ 1-2 ਵਾਰੀ ਉਹ ਸ਼ੇਅਰ ਪੜਿਆ, ਲਿਖਿਆ ਦੇਖਿਆ ਹੈਗਾ, ਸ਼ਾਇਦ ਟਰੈਕਟਰਾਂ ਦੇ ਜਾਂ ਜ਼ਿਆਦਾ ਟਰਾਲਿਆਂ ਦੇ ਮਗਰ ਵੀ ਲਿਖਿਆ ਹੁੰਦਾ ਵੀ ਜਿਹਨੂੰ ਕੰਮ ਦਾ ਤਰੀਕਾ ਉਹਦਾ ਘਰੇ ਅਮਰੀਕਾ। ਯਾਨੀ ਕਿ ਇਹ ਬਿਲਕੁਲ ਸਹੀ ਹੈ। ਜੇ ਉਨੀ ਕੁ ਤਕਲੀਫ ਦੇਖੋ, ਇੱਕ ਹੁੰਦੀ ਹੈ, ਇੱਕ ਤਾਂ ਤੁਹਾਨੂੰ ਡਾਂਗ ਲੈ ਕੇ ਠੌਲ ਨਾਲ ਹੈਗਾ ਬੰਦਾ, ਉੱਥੇ ਤਾਂ ਇੱਕ ਮਜਬੂਰੀ ਹੈ, ਇੱਕ ਬੰਦਿਸ਼ ਹੈ। ਪਰ ਜੇ ਤੁਸੀਂ ਆਪਦੇ ਆਪ ਨੂੰ ਕਹਿ ਕੇ ਆਪਦੇ ਆਪ ਨੂੰ ਤਿਆਰ ਕਰਕੇ ਉੱਠ ਲੈਂਦੇ ਹੋ ਉਰੇ, ਕਿਉਂਕਿ ਆਪਸ਼ਨ ਆਪਣੇ ਲਵੇ ਸੌਖੇ ਬਹੁਤ ਹੁੰਦੇ ਨੇ। ਬੇਬੇ ਬੋਲ ਮਾਰ ਕੇ ਠਾਉਂਦੀ ਹੈ, ਬੇਬੇ ਚਾਹ ਦਾ ਕੋਲਾ ਪਿਆਉਣ ਵਾਲੇ ਆਪਸ਼ਨ ਨੇ ਆਪਣੇ ਕੋਲੇ। ਜੇ ਉਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਦੂਰ ਹੋ ਕੇ ਦੇਖੀਏ, ਆਪਦੇ ਆਪ ਦੀ ਜ਼ਿੰਮੇਵਾਰੀ ਸਮਝੀਏ, ਤਾਂ ਬਿਲਕੁਲ ਇਹ ਚੀਜ਼ਾਂ ਉਹ ਚੀਜ਼ਾਂ ਉਰੇ ਵੀ ਪੋਸੀਬਲ ਨੇ ਜੀ। ਸੋ ਧੰਨਵਾਦ ਬਾਈ ਤੁਹਾਡਾ ਜੀ, ਸ਼ੁਕਰੀਆ। ਸੋ ਦੋਸਤੋ, ਇਹ ਸਨ ਦਰਸ਼ਨ ਸਿੰਘ, ਪਿੰਡ ਸੰਗਤਪੁਰਾ, ਜ਼ਿਲ੍ਹਾ ਸੰਗਰੂਰ, ਤੇ ਇਹਨਾਂ ਦਾ ਮੋਬਾਈਲ ਨੰਬਰ ਹੈ ਜਿਹੜਾ ਉਹ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਜ਼ਰੂਰ ਮੈਂਸ਼ਨ ਕਰਾਂਗੇ। ਕਿਸੇ ਵੀ ਭਰਾ ਨੂੰ ਲੋੜ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਅਗਲੀ ਵਾਰੀ ਆਪਾਂ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ। ਵੇਖਦੇ ਰਹੋ ਰੰਗ ਪੰਜਾਬ ਦੇ YouTube ਚੈਨਲ। ਸਤਿ ਸ੍ਰੀ ਅਕਾਲ।